श्री हर राय नमोकार श्री हर कृष्ण एक बहादुर परम श्री गुरु गोविंद अमृत ज्ञान नानक भगत बैराग गुरु ग्रंथ साहिब उदित सतगुरु प्रसाद सच होए। वाहिगुरु जी की फतेह। विघ्न विनाशन सोए। वाहिगुरु जी की विघ्न विनाशन सोए। सतनाम श्री वाहिगुरु साहिब जीओ। बहुत देर पई बिन देखे धन निकसे कितनो सीखे। मिट जह मन संदेहा न्यों पूर्व ही मुझ प्रेहा। वाहिगुरु जी का खालसा वाहिगुरु जी की फतेह। गुरु अटल चौद छत्र तख्त दे मालक धन श्री गुरु ग्रंथ ਸਾਹਿਬ महाराज जी की पावन पवित्र हजूरी अंदर हाव गुरु की साध संगत जी प्रेम श्रद्धा दे नाल सजे हो। सतगुरां ने महान किरपा कीती है। इस संसार के अंदर जगत जन्मदे नूं ताਰਨ वास्ते ਠਾਰਨ ਵਾਸਤੇ ਉਬਾਰਨ ਵਾਸਤੇ ਆਪ ਸਤਿਗੁਰੂ ਨਿਰੰਕਾਰ ਆਏ। ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਕਿ ਮਹਾਰਾਜ ਜੀ ਨੂੰ ਬੇਬੇ ਜੀ ਨੇ ਘਰ ਬੁਲਾਇਆ ਹੈ। ਤੁਲਸਾ ਦਾਸੀ ਨੇ ਆ ਕਰਕੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਬੇਬੇ ਜੀ ਬੁਲਾਉਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਆਪਣੀ ਭੈਣ ਦੇ ਘਰ 2.5 ਸੇਰ ਪਤਾਸੇ ਲੈ ਕੇ ਆਏ, ਮਿੱਠਾ ਲੈ ਕੇ। और ये दृष्टांत है कि जदों भी अपनी धी भैन नूं मिलन जाना है कुछ दे के जरूर आना है। भैन दा खाना नहीं है, देना है। तो इस करके महाराज सच्चे पातशाह किरपा दे दाते 2.5 सेर पतासे लै करके भैन दे घर आए। ਤੇ बड़े प्रेम ਦੇ ਨਾਲ ਭੈਣ ਨੇ ਸੋਹਣਾ ਪਲੰਘ ਡਾਇਆ, ਸੋਹਣੀ ਚਾਦਰ ਵਿਛਾਈ ਹੈ। ਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸਾਨੂੰ ਦੋਵਾਂ ਵੀਰਾਂ ਨੂੰ ਉਸ ਚਾਦਰ ਤੇ ਬਿਠਾਇਆ ਹੈ। ਗੁਰੂ ਗਰੀਬ ਨਵਾਜ ਦਇਆ ਦੇ ਮਾਲਕ ਸਤਿਗੁਰੂ ਜਿਨ੍ਹਾਂ ਦੇ ਉੱਤੇ ਪਰਵਤਗਾਰ ਆਪ ਹੀ ਆਣ ਵਸਿਆ ਹੈ। ਕਹਿੰਦੇ ਹਨ ਕਿ ਫਿਰ ਸੋਹਣੀ ਚਾਦਰ ਤੇ ਪਲੰਘੇ ਤੇ ਅਸੀਂ ਬੈਠ ਗਏ ਤੇ ਥੋੜਾ ਥੋੜਾ ਮੁਸਕਰਾ ਰਹੀ ਹੈ ਬੇਬੇ। और गुरु नानक साहब सच्चे पातशाह महाराज जी
ਪ੍ਰੇਮ ਦੀ ਮੂਰਤ ਨੇ। ਕਹਿਣ ਲੱਗੇ ਬੇਬੇ ਅੱਜ ਤੁਹਾਡਾ ਚਿਹਰਾ ਕੁਝ ਖਾਸ ਲੱਗਦਾ ਹੈ। ਬੇਬੇ ਕਹਿਣ ਲੱਗੇ ਨਹੀਂ ਵੀਰ ਜੀ, ਕਹਿੰਦੇ ਸਾਨੂੰ ਬੁਲਾਇਆ ਕਿਉਂ ਦੁਪਹਿਰੇ? ਸਵੇਰੇ ਤਾਂ ਤੁਹਾਡੇ ਕੋਲੋਂ ਗਏ ਆ ਤੇ ਰਾਤ ਨੂੰ ਫੇਰ ਤੇਰੇ ਆ ਕੇ ਪ੍ਰਸ਼ਾਦੇ ਛਕ ਲੈਣੇ ਆ, ਤੇ ਫਿਰ ਬੁਲਾਇਆ ਕਿਉਂ ਹੀ? ਤੇ ਬੇਬੇ ਜੀ ਕਹਿਣ ਲੱਗੇ, ਕਹਿੰਦੇ ਵੀਰ ਜੀ ਮੇਰਾ ਦਿਲ ਕੀਤਾ ਸੀ ਤੁਹਾਡੇ ਦਰਸ਼ਨ ਕਰਨ। ਸੰਗਤ ਜੀ ਕੋਈ ਆਪਣਾ ਹੋਵੇ ਤੇ ਕਹਿੰਦਾ ਆਓ, ਨਹੀਂ ਤੇ ਕਈ ਤਰਸਦੇ ਆ। ਉਹਨਾਂ ਨੂੰ ਰੱਬ ਨੇ ਮਾਇਆ ਕਰੋੜਾਂ ਦਿੱਤੀ ਪਰ ਭੈਣ ਭਰਾ ਨਹੀਂ ਦਿੱਤੇ। ਸਾਰੀਆਂ ਚੀਜ਼ਾਂ ਨਹੀਂ ਰੱਬ ਕਿਸੇ ਨੂੰ ਦਿੰਦਾ। ਕਈ ਏਦਾਂ ਦੇ ਲੋਕ ਨੇ ਜਿਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਤੇ ਗਾਂ ਬੱਚਾ ਹੀ ਕੋਈ ਨਹੀਂ। ਕਿਤੇ ਦੁਨੀਆ ਦੀ ਹਿਸਟਰੀ ਪੜ੍ਹੀਏ ਨਾ, ਫਿਰ ਪਿਛਲੇ ਸਮੇਂ ਅੰਦਰ ਕੋਈ ਗੁਰੂ ਘਰ ਦੇ ਵਿੱਚ 200 ਕਿੱਲਾ ਜ਼ਮੀਨ ਦੀ ਰਜਿਸਟਰੀ ਕਰਾ ਗਿਆ। ਉਹ ਕਹਿੰਦੇ ਗਾਂ ਸਾਡਾ ਕੋਈ ਵਾਲੀ ਵਾਰਸ ਨਹੀਂ, ਜਿੰਨਾ ਚਿਰ ਅਸੀਂ ਜੀਵਾਂਗੇ ਦੋਵੇਂ ਜੀ ਉਹਨਾਂ ਚਿਰ ਅਸੀਂ ਖਰਚਾ ਪਾਣੀ ਤੇ ਮੁੜ ਕੇ ਤੁਸੀਂ ਸੰਭਾਲ ਲਿਓ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਨੇ। ਕਦਰ ਕਰਿਆ ਕਰੋ ਭਾਈ, ਫੁਲਕੇ 2 ਛਕਣੇ ਆ, ਇੰਨਾ ਅਰਦਾਸ ਕਰਿਆ ਕਰੋ ਸਤਿਗੁਰੂ ਸਿੱਖ ਕੋ ਮਾਇਆ ਜੁੜੇ ਨਾ, ਇਹਦੇ ਘਰ ਕੋਈ ਭੁੱਖਾ ਮੁੜੇ ਨਾ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਵਰਤਣ। ਮੇਲਾ ਵੇਖੋ, ਬਾਣੀ ਪੜ੍ਹੋ ਭਾਈ, ਸਕੂਨ ਜਿਹਾ ਮਿਲ ਜਾਂਦਾ ਫਿਰ। ਤੋ ਇਸ ਕਰਕੇ ਬੇਬੇ ਕਹਿਣ ਲੱਗੇ ਵੀਰ ਜੀ ਤੁਹਾਡੇ ਚਿਹਰੇ ਨੂੰ ਵੇਖਣ ਨੂੰ ਜੀ ਕਰਦਾ ਸੀ। ਮਹਾਰਾਜ ਕਹਿੰਦੇ ਮੈਨੂੰ ਪਤਾ ਬੇਬੇ ਜਿਹੜਾ ਤੂੰ ਚਿਹਰਾ ਵੇਖਣਾ ਹੈ, ਸੱਚ ਦੱਸ ਦੇ ਤੂੰ। ਤੇ ਬੇਬੇ ਕਹਿਣ ਲੱਗੀ ਫਿਰ ਪਤਾ ਤੇ ਤੈਨੂੰ ਵੀ ਹੈ, ਤੂੰ ਅੰਤਰਜਾਮੀ ਹੈ ਮੇਰਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਕਰੋ ਮੇਰੀ ਸ਼ਰਧਾ ਪੂਰੀ। ਨਾਨਕ ਦਾਸ ਇਹ ਸੁਖ ਮੰਗੈ, ਹੁਕਮ ਕਰ ਸੰਤਨ ਕੀ ਤੂਰੇ। ਮਹਾਰਾਜ ਸਾਹਿਬ ਜੀ ਮੈਨੂੰ ਆਪਣੀ ਸੰਗਤ ਦੀ ਧੂੜ ਬਖਸ਼ ਦੇ, ਧੂੜੀ ਮਿਲ ਜਾਵੇ। ਸੋ ਇਸ ਕਰਕੇ ਐਸੇ ਬਚਨ ਹੋ ਰਹੇ ਸਨ। ਤੇ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਬੇਬੇ ਜੀ ਕਹਿੰਦੇ ਵੀ ਤੈਨੂੰ ਪਤਾ ਹੀ ਹੈ। 3 ਵਾਰੀ ਗੁਰੂ ਨਾਨਕ ਸਾਹਿਬ ਕਹਿੰਦੇ ਬੇਬੇ ਦੱਸ ਦੇ ਖਾਂ, ਵੇਖ ਲਾ ਬੇਬੇ ਕਾਹਤੋਂ ਬੁਲਾਇਆ ਸਾਨੂੰ। ਤੇ ਬੇਬੇ ਵੀ ਬੜਾ ਆਨੰਦ ਮਾਣ ਰਹੀ, ਕਹਿੰਦੀ ਅੱਛਾ ਮੈਂ ਕਿਉਂ ਦੱਸਾਂ, ਮੈਂ ਤਾਂ ਦੱਸ ਹੀ ਦਿੱਤਾ ਵੀ ਤੇਰੇ ਦਰਸ਼ਨਾਂ ਨੂੰ ਮਨ ਲੋਚਦਾ ਸੀ। ਜੋ ਮਹਾਂਪੁਰਖ ਪੜ੍ਹਦੇ ਹੁੰਦੇ ਸੀ ਨਾ, ਮਨ ਲੋਚਦਾ ਤਰਸ ਦੀਆਂ ਅੱਖੀਆਂ, ਤੇਰਿਆਂ ਦੀਦਾਰਿਆਂ ਨੂੰ ਮਨ ਲੋਚਦਾ, ਤਰਸ ਦੀਆਂ ਅੱਖੀਆਂ। ਮਨ ਲੋਚਦਾ ਤੇਰਿਆਂ, ਮਨ ਲੋ ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਕਰਮ ਹੋਏ ਪ੍ਰਭ ਮੇਰਾ, ਪੂਰਨ 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 ਕਰਮ ਹੋਏ ਪ੍ਰਭ ਮੇਰਾ। ਮਨ ਲੋਚਦਾ
ਤਰਸਦੀਆਂ। ਮਾਰੇ ਕਹਿੰਦੇ ਬੇਬੇ ਸਭ ਪਤਾ ਮੈਨੂੰ, ਤੇਰਾ ਮਨ ਲੋਚਦਾ ਜਿਹੜਾ, ਤੇਰੀਆਂ ਅੱਖੀਆਂ ਹੱਸ ਕੇ ਬੇਬੇ ਕਹਿੰਦੇ ਫਿਰ ਤੂੰ ਦੱਸ ਦੇ। ਫਿਰ ਮਹਾਰਾਜ ਕਹਿੰਦੇ ਬੇਬੇ ਭਾਈਏ ਦੇ ਕੋਲੇ ਮੇਰੀ ਕੋਈ ਚੁਗਲੀ ਕਰਕੇ ਗਿਆ। ਜਦੋਂ ਇੰਨੀ ਗੱਲ ਸੁਣੀ ਤੇ ਬੇਬੇ ਦਾ ਹਿਰਦਾ ਠਰ ਗਿਆ, ਅੱਖਾਂ 'ਚ ਜਾਲ ਆ ਗਿਆ ਕਿ ਵਾਕਈ ਕਿਸੇ ਦਾ ਵੀਰ ਤੇ ਕਿਸੇ ਦਾ ਪੀਰ ਨਾਨਕ। ਦੁਨੀਆ ਪੂਜਦੀ ਅੱਲਾ ਕਰੀਮ ਕਰਕੇ, ਕਿਸੇ ਦਾ ਦਰਦੀ ਤੇ ਕਿਸੇ ਦਾ ਵੀਰ ਨਾਨਕ। ਕੋਈ ਪਾਕ ਖੁਦਾ ਕਹੇ ਮੇਰਾ ਕੋਈ ਪੀਰ ਤੇ ਕੋਈ ਫਕੀਰ ਨਾਨਕ। ਆਖੇ ਨਾਨਕੀ ਜੁਗੋ ਜੁਗ ਜੀਵਦਾ ਰਹਿ, ਸੱਚਾ ਪਾਤਸ਼ਾਹ ਦਇਆ ਦਾ ਵੀਰ ਮੇਰਾ ਨਾਨਕ। ਬੇਬੇ ਜੀ ਦੇ ਅੰਦਰ ਪਿਆਰ ਹੀ ਭਰ ਗਿਆ। ਤੋ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਨਹੀਂ ਬੇਬੇ ਤੂੰ ਨਾ ਚਿੰਤਾ ਕਰ, ਰੱਬ ਸਭ ਜਾਣਦਾ, ਲੇਖੇ ਜੋਖੇ ਇੱਥੇ ਹੀ ਹੋਣੇ। ਆਖੋ ਸਤਿਨਾਮ ਵਾਹਿਗੁਰੂ। ਸੰਗਤੇ ਸੱਚ ਹੈ, ਕਈ ਵਾਰੀ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਨਾ, ਪਰ ਜਦੋਂ ਇਕੱਲੇ ਜੇ ਬੈਠੇ ਆਪਣੀ ਜ਼ਿੰਦਗੀ 'ਚ ਝਾਤ ਮਾਰੀਏ ਨਾ, ਪਿੱਛੋਂ ਲੈ ਕੇ ਹੁਣ ਤੱਕ ਜੋ ਜੋ ਆਪਾਂ ਕੀਤਾ, ਤੇ ਫਿਰ ਰੋਣ ਜਿਹਾ ਆਈ ਜਾਂਦਾ। ਉਹ ਇਸ ਕਰਕੇ ਆਉਂਦਾ ਹੈ ਕਿ ਸਤਿਗੁਰੂ ਲੇਖੇ ਦੇ ਵਿੱਚ ਤਾਂ ਅਸੀਂ ਵੀ ਮਾਰੇ ਜਾਣਾ, ਕਿਉਂਕਿ ਪਾਪ ਹੀ ਬੜੇ ਕਰ ਬੈਠੇ ਆ। ਆਪੋ ਆਪਣੇ ਤੁਹਾਨੂੰ ਪਤਾ, ਮੇਰੇ ਮੈਨੂੰ ਪਤਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰਕੇ ਕਹਿੰਦੇ ਗੁਣ ਗਾਵਤ ਤੇਰੀ, ਕਹਿੰਦੇ ਗੁਣ ਗਾਇਆ ਕਰ, ਤੇਰੀ ਮੈਲ ਹੌਲੀ ਹੌਲੀ ਉਤਰ ਜੂਗੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਣ ਗਾਉਣੇ ਆਪਾਂ ਨੂੰ ਬਖਸ਼ੇ। ਸਮਝ ਲਿਓ ਵੀ ਕਿਰਪਾ ਗੁਰੂ ਕਰੂਗਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਔਰ ਕਹਿੰਦੇ ਹਉਮੈ ਨੂੰ ਖਤਮ ਕਰ ਦੇ। ਤੋ ਇਸ ਤਰ੍ਹਾਂ ਫਿਰ ਮਹਾਰਾਜ ਜੀ ਕਹਿੰਦੇ ਬੇਬੇ ਕੋਈ ਨਹੀਂ, ਕਿੰਨਾ ਸੋਹਣਾ ਸਮਾਂ ਹੋਊਗਾ ਜਦੋਂ ਨਾਨਕ ਜੀ ਤੇ ਬੇਬੇ ਦੁੱਖ ਸੁੱਖ ਕਰਨ ਰਹੇ। ਅੱਜ ਸੰਗਤੇ ਤਰਸਦੇ ਆ ਲੋਕੀ ਆਪਣਿਆਂ ਨੂੰ, ਦੁੱਖ ਸੁੱਖ ਨੂੰ, ਪਰ ਮੌਕਾ ਹੀ ਨਹੀਂ ਮਿਲਦਾ। ਕਈ ਵਾਰੀ ਮਾਵਾਂ ਨੂੰ ਹੁੰਦਾ ਵਾ, ਦਾਦੀਆਂ ਨੂੰ, ਵੀ ਕੋਈ ਸਾਡਾ ਆਵੇ ਦੁੱਖ ਸੁੱਖ ਕਰੀਏ, ਤੇ ਹੁਣ ਦੂਰ ਹੀ ਬੜੀ ਚਲੇ ਗਿਆ। ਤੇ ਅੱਗੇ ਹੋਣਾ ਜੇ ਤੁਸੀਂ ਨਹੀਂ ਆਉਣਾ ਤੇ ਅਸੀਂ ਆ ਜਾਂਦੇ ਹਾਂ, ਵੀ ਚੱਕਣਾ ਮੋਟਰਸਾਈਕਲ ਗੱਡੀ ਤੁਰ ਪੈਣਾ। ਤੇ ਹੁਣ ਕਿੱਥੋਂ ਜਾਓਗੇ 7 ਸਮੁੰਦਰ ਪਾਰ। ਇੱਕ ਮਰ ਜਾਣੇ ਗੋਰਿਆਂ ਨੇ ਵੀਜੇ ਦਾ ਪੰਗਾ ਪਾਇਆ, ਨਾ ਉਹ ਲੱਗੇ ਤੇ ਨਾ ਬੱਚੇ ਲੱਭੇ। ਇਸ ਕਰਕੇ ਸਾਧ ਸੰਗਤ ਜੀ ਜੇ ਲੱਗ ਜਾਂਦਾ ਤੇ ਉੱਧਰ ਜਾ ਕੇ ਉਂਝ ਕੰਮ ਆ, ਉੱਥੇ ਉਂਝ ਨਹੀਂ ਲੱਭਣਾ ਫਿਰ ਕਿਸੇ। ਤੋ ਇਸ ਕਰਕੇ ਦਿਲ ਦੀਆਂ ਦਿਲ ਜੇ 'ਚ ਹੀ ਰਹਿ ਗਈਆਂ ਕਈਆਂ ਦੀਆਂ। ਵਿਚਾਰੀਆਂ ਮਾਵਾਂ ਫੋਨ ਤੇ ਕਹਿੰਦੀਆਂ ਰਹੀਆਂ ਪੁੱਤ ਮੈਨੂੰ ਲੱਗਦਾ ਮੈਂ ਬਚਣਾ ਨਹੀਂ। ਕਈਆਂ ਦੀ ਇੱਦਾਂ ਹੀ ਹੈ, ਤੇ ਤੂੰ ਹੌਸਲਾ ਰੱਖੀ। ਫਿਰ ਬੱਚਾ ਵੀ ਵਿਚਾਰਾ ਕਹਿੰਦਾ ਮਾਂ ਮੈਂ ਹੁਣ ਕਿਵੇਂ ਆਵਾਂ। ਇਸ ਕਰਕੇ ਮਹਾਰਾਜ ਤੋਂ ਸ਼ੁਕਰ ਮੰਗਿਆ ਕਰੋ। ਅੱਜ ਬੇਬੇ ਤੇ ਰੱਬ ਜੀ ਇੱਕ ਦੂਜੇ ਨਾਲ ਪ੍ਰੇਮ ਪਏ ਕਰਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਬਹੁਤ ਦੇਰ ਪਈ ਬਿਨ ਲੇਖੇ। ਔਰ ਕਹਿੰਦੇ ਹਨ ਕਿ ਬੜੇ ਪ੍ਰੇਮ ਦੇ ਵਿੱਚ ਮਹਾਰਾਜ ਕਹਿੰਦੇ ਹੈ ਹਾਂ ਭੈਣੇ ਕੋਈ ਗੱਲ ਨਹੀਂ, ਅੱਗੇ ਤੇ ਮਹੀਨੇ ਬਾਅਦ ਲੇਖਾ ਕਰਾਈਦਾ ਸੀ, ਹੁਣ ਮੈਂ ਵੀ ਥੋੜਾ ਜਿਹਾ ਦਾਨ ਪੁੰਨ 'ਚ ਜ਼ਿਆਦਾ ਹੀ ਬਿਜੀ ਹੋ ਗਿਆ। ਸਤਿਨਾਮ। ਆਪਾਂ ਤਾਂ ਕਮਾਈ 'ਚ ਬਿਜੀ ਰਹਿੰਦੇ, ਮਾਰੇ ਦਾਨ ਪੁੰਨ 'ਚ ਬਿਜੀ ਰਹਿੰਦੇ ਸੀ। ਅੱਜ ਵੀ ਸੰਗਤੇ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਨਾ, ਉਹ ਬੜੀ ਬੜੀ ਦੂਰ ਜਾ ਕੇ ਦਾਨ ਕਰਦੇ ਆ। ਸਾਨੂੰ ਇੱਕ ਰੂਹ ਮਿਲੀ, ਮਾਤਾ ਜੀ ਮਿਲੇ, ਇੱਥੇ ਵੀ ਆਏ ਸੀ ਪੱਕੇ ਇੰਗਲੈਂਡ, ਭਾਈ ਸਾਹਿਬ ਵੀ ਨਾਲ ਸੀ। ਉਹਨਾਂ ਨੇ ਆਪਣੇ ਮੂੰਹੋਂ ਕਿਹਾ ਕਿ ਬੇਰ ਸਾਹਿਬ ਵੀ ਜਾਣਾ, ਉੱਥੇ ਵੀ ਇੰਨਾ ਦਾਨ ਦੇਣਾ, ਪਟਨਾ ਸਾਹਿਬ ਜਾਣਾ, ਉੱਥੇ ਵੀ ਇੰਨਾ ਦਾਨ ਕਰਨਾ, ਅਨੰਦਪੁਰ ਸਾਹਿਬ ਜਾਣਾ, ਉੱਥੇ ਵੀ ਨਾਨਕਸਰ, ਪਤਾ ਨਹੀਂ ਕਿੰਨੇ ਕੁ ਸਥਾਨ ਗਿਣਾਤੇ। ਕਹਿੰਦੇ 30 ਤਰੀਕ ਨੂੰ ਵਾਪਸ ਜਾਣਾ ਹੈ, ਤੇ ਦਾਨ ਕਰਨ ਵਾਲੀ ਥਾਂ ਜ਼ਿਆਦੀ ਹੈ। ਕੱਲ ਪਰਸੋਂ ਦੀ ਬਾਤ ਹੈ, ਤੇ ਮੈਂ ਕਿਹਾ ਵਾਹ ਰੱਬਾ ਕਿੱਦਾਂ ਦੀ ਦੁਨੀਆ ਬਣਾਈ, ਕਿੱਦਾਂ ਦੇ ਉਹਦੇ ਬੱਚੇ ਹੋਣਗੇ ਵੀ ਜਿਹੜਾ ਉਹਨੂੰ ਇੰਨਾ ਕੁ ਕਮਾਈ ਕਰਕੇ ਮਾਂ ਨੂੰ ਦਿੱਤੀ ਹੈ, ਵੀ ਉਹ ਆਈ ਹੈ ਸਿਰਫ ਮਹੀਨੇ ਲਈ ਤੇ ਦਾਨ ਕਰਨੀ ਆਈ ਹੈ। ਕਿਤੇ ਮੋਤੀ ਪੁੰਨ ਕੀਤੇ ਆ ਨਾ। ਤੇ ਇਸ ਕਰਕੇ ਇਸ ਗੁਰੂ ਘਰ 'ਚ ਵੀ ਦਾਨ ਕਰਕੇ ਗਏ।
ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੀ ਇਹਨਾਂ ਰੂਹਾਂ ਦੀਆਂ ਹਾਜ਼ਰੀਆਂ ਲੱਗਣ। ਤੋ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ। ਅਸੀਂ ਆਪਣੇ ਕਮਾਉਣ 'ਚ ਬੀਜੀ ਹਾਂ ਦਿਨੇ ਰਾਤ, ਤੇ ਮਹਾਰਾਜ ਕਹਿੰਦੇ ਬੇਬੇ ਮੈਂ ਦਾਨ ਪੁੰਨ 'ਚ ਬੀਜੀ ਹੋ ਗਿਆ ਥੋੜਾ ਜਿਹਾ, ਇਸ ਕਰਕੇ ਲੇਖਾ ਨਹੀਂ ਹੋ ਸਕਿਆ। ਔਰ ਕਹਿੰਦੇ ਇਸ ਕਰਕੇ ਹੁਣ ਪਤਾ ਨਹੀਂ ਜੇ ਚੈਕਿੰਗ ਵੀ ਹੋਈ ਤੇ ਕਿੰਨਾ ਧਨ ਨਿਕਲਣਾ ਕਿੰਨਾ ਨਹੀਂ ਨਿਕਲਣਾ। ਵਾਹ ਬੇਪਰਵਾਹੀ ਆ ਮਹਾਰਾਜ ਸੰਗਤੇ। ਇਸ ਕਰਕੇ ਮੌਕਾ ਹੀ ਹੁੰਦਾ ਕੋਈ, ਜੇ ਰੱਬ ਨੇ ਐਤਕੀ ਤੁਹਾਨੂੰ ਕਿਰਪਾ ਕੀਤੀ ਨਾ, ਤਕੜੇ ਹੋ ਕੇ ਕਰ ਲਓ ਸੇਵਾ। ਮੁੜ ਕੇ ਪਤਾ ਨਹੀਂ ਅਗਲਾ ਜਨਮ ਕਿਤੇ ਝੁੱਗੀਆਂ ਝੌਂਪੜੀਆਂ 'ਚ ਹੀ ਹੋਣਾ ਜੇ, ਪਤਾ ਨਹੀਂ ਰੋਟੀ ਵੀ ਫਿਰ ਮਿਲਣੀ ਕਿ ਨਹੀਂ। ਹੁਣ ਸਰਦਾਰੀ ਮਿਲੀ ਜੇ ਤੇ ਰੱਜ ਕੇ ਦਿਲ ਖੋਲ ਕੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਦਿਆਲੂ ਹੈ, ਜਿਹੜਾ ਆਪ ਵੀ ਗੁਰੂ ਦਿਆਲੂ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਛੋਟੀ ਜੀ ਸਾਖੀ ਹੈ। ਇੱਕ ਗਰੀਬ ਦੀ ਕੁੱਲੀ 'ਚ ਮਹਾਰਾਜ ਜੀ ਰਾਤ ਰਹੇ। ਛੇਤੀ ਮੈਂ ਸਮਝਾਂਗਾ, ਇਤਿਹਾਸ ਬੜਾ ਪਿਆਰਾ। ਤੇ ਰਾਤ ਪਈ ਤੇ ਬੱਦਲ ਚੜਿਆ, ਤੇ ਜਿਹੜਾ ਘਰ ਵਾਲਾ ਸੀ ਨਾ, ਤੇ ਉਹਨੇ ਕੁਟੀਆ ਦੇ ਅੰਦਰ ਬਰਦਾਨੇ ਨੂੰ ਤੇ ਗੁਰੂ ਨਾਨਕ ਨੂੰ ਮੰਜਾ ਡਾਤਾ, ਤੇ ਸੰਗਤ ਕੀਤੀ, ਕੀਰਤਨ ਹੋਇਆ, ਤੇ ਬਾਅਦ ਵਿੱਚ ਆਪ ਆਪਣੇ ਬੱਚੇ ਤੇ ਘਰ ਵਾਲੀ ਨੂੰ ਲੈ ਕੇ ਤੇ ਬਾਰ-ਬਾਰ ਪੈ ਗਿਆ ਛੰਨ ਦੇ। ਤੇ ਜਦੋਂ ਰਾਤ ਟਿਕੀ ਤੇ ਬੱਦਲ ਗੱਜਿਆ ਨਾ, ਕਿਣਮਿਣ ਸ਼ੁਰੂ ਹੋ ਗਈ। ਜਦੋਂ ਕਿਣਮਿਣ ਸ਼ੁਰੂ ਹੋਈ, ਬੱਦਲ ਗੱਜਿਆ, ਤੇ ਮਹਾਰਾਜ ਤਾਂ ਕਿਹੜਾ ਸੌਂਦੇ ਸੀ। ਮਹਾਰਾਜ ਜੀ ਮਰਦਾਨੇ ਵੱਲ ਵੇਂਦੇ, ਮਰਦਾਨਾ ਮਹਾਰਾਜ ਵੱਲ ਵੇਂਦਾ, ਨਾ ਮਰਦਾਨਾ ਹੀ ਬੋਲਦਾ ਤੇ ਨਾ ਬਾਬਾ ਹੀ ਬੋਲਦਾ ਹੈ। ਤੇ ਉਹ ਜਿਹੜਾ ਬਾਹਰ ਪਿਆ ਸੀ ਨਾ, ਉਹ ਜਦੋਂ ਕਿਣਮਿਣ ਹੋਈ ਉੱਠ ਕੇ ਬਹਿ ਗਏ। ਪਹਿਲੀ ਗੱਲ ਤੇ ਸੁੱਤੇ ਹੀ ਨਹੀਂ ਜਿਹਦੇ ਘਰ ਰੱਬ ਆਇਆ ਹੋਵੇ। ਚਾਅ ਹੀ ਇੰਨਾ ਚੜਿਆ, ਸਾਡੇ ਘਰ ਗੁਰੂ ਗ੍ਰੰਥ ਸਾਹਿਬ ਆਏ ਹੁਣ ਪਹਿਲਾਂ ਹੀ ਸੌਂ ਜਾਈਦਾ 7:30 ਵਜੇ। ਹਾਂਜੀ, ਤੇ ਇਸ ਕਰਕੇ ਕਹਿੰਦੇ ਮਹਾਰਾਜ ਦੇ ਪਿਆਰ 'ਚ ਬਾਹਰ ਸੁੱਤੇ। ਜਦੋਂ ਕਿਣਮਿਣ ਹੋਈ ਨਾ, ਤੇ ਕਿੰਨਾ ਪਿਆਰ, ਫਟਾਫਟ ਆਪਣੀ ਘਰਵਾਲੀ ਦੇ ਉੱਪਰੋਂ ਚਾਦਰ ਥੱਲਿਓਂ, ਜਦੋਂ ਵੀ ਉਹਦੇ ਕੋਲ ਸੀ ਨਾ, ਉਹਨੇ ਕੀ ਕੀਤਾ, ਸਾਰਾ ਕੁਝ ਕੱਢ ਕੇ ਤੇ ਛਪਰੀ ਦੇ ਉੱਤੇ ਪਾਤਾ ਵੀ ਕਿਤੇ ਛਪਰੀ ਪ੍ਰਾਣੀ ਆ ਤੇ ਚੋ ਨਾ ਪਵੇ। ਤੇ ਮਹਾਰਾਜ ਕੌਤਕ ਵੇਂਦੇ ਰਹੇ। ਆਪ ਸਾਰੀ ਰਾਤ ਬਾਹਰ ਗੁਜ਼ਾਰਤੀ ਯਾਦ 'ਚ। ਜਦੋਂ ਦਿਨ ਚੜ੍ਹਿਆ ਤੇ ਮਹਾਰਾਜ ਨੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਸੰਗਤਾਂ ਵੀ ਆਈਆਂ, ਲੋ ਲੱਗੀ ਤੇ ਲੰਗਰ ਪਾਣੀ ਪੱਕਿਆ। ਤੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੀ ਗੰਭੀਰਤਾ ਵਿੱਚ ਵੇਖ ਰਹੇ ਵੀ ਵਾਹ ਸਿੱਖਾ, ਧੰਨ ਤੂੰ ਤੇ ਧੰਨ ਤੇਰੀ। ਗੁਰੂ ਵੀ ਪਰਖਦਾ ਜੇ, ਦਿੰਦਾ ਬੜਾ ਹੀ ਜਿਹੜਾ ਪਾਸ ਹੋ ਜੇ। ਤੇ ਇਸ ਕਰਕੇ ਕਹਿੰਦੇ ਮਹਾਰਾਜ ਜੀ ਲੰਗਰ ਪਾਣੀ ਛਕਿਆ, ਤੇ ਕਹਿੰਦੇ ਮਰਦਾਨਿਆ ਜਾ ਜਿੱਥੇ ਲੋਹਾਂ 'ਚ ਅੱਗ ਬਲਦੀ ਨਾ, ਉੱਥੋਂ ਅੱਗ ਲਿਆ। ਅੱਗ ਲੈ ਕੇ ਆ ਕੇ ਤੇ ਮਹਾਰਾਜ ਤੈਂ ਕੀ ਕਰਨੀ ਹੈ? ਕਹਿੰਦੇ ਇਹਦੀ ਛਪਰੀ ਨੂੰ ਅੱਗ ਲਾ ਕੇ ਫੂਕ ਦੇਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗ ਮੰਗਾਈ, ਤੇ ਉਹ ਜਿਹੜਾ ਸਿੱਖ ਸੀ ਉਹਨੂੰ ਕਹਿੰਦੇ ਵੀ ਭਾਈ ਸਿੱਖਾ ਅੱਗ ਲਾ ਦੇਣੀ ਤੇਰੀ ਕੁੱਲੀ ਨੂੰ। ਤੇ ਲੋਕੀ ਵੀ ਤੁਹਾਨੂੰ ਪਤਾ ਤਮਾਸ਼ਾ ਵੇਂਦੇ ਆ। ਕੋਈ ਗੁਰਦੁਆਰੇ ਆਉਂਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਉਹਦੇ ਘਰ ਕੋਈ ਗੱਲ ਹੋਵੇ, ਤੇ ਕਈ ਬੜਾ ਕਹਿਣਗੇ ਲੈ ਜਾ ਗੁਰਦੁਆਰੇ ਪੜ੍ਹ ਬਾਣੀ, ਮਹਾਰਾਜ ਨਹੀਂ ਹੈਗਾ। ਤੇ ਜਦੋਂ ਮਹਾਰਾਜ ਅੱਗ ਲਾਉਣ ਲੱਗੇ, ਤੇ ਉਹ ਜਿਹੜੇ ਲਾਗੇ ਮੇਰੇ ਵਰਗੇ ਖਾਣ ਪੀਣ ਵਾਲੇ ਸੀ ਨਾ, ਉਹ ਕਹਿੰਦੇ ਲੈ ਹੋਰ ਰੱਖ ਲਓ ਬਾਬਿਆਂ ਨੂੰ। ਨਾਲੇ ਵਿਚਾਰੇ ਨੇ ਰਾਤ ਰੱਖੀ ਤੇ ਨਾਲੇ ਅੱਗ ਲਾਉਣ ਲੱਗੇ। ਤੇ ਮਹਾਰਾਜ ਕਹਿੰਦੇ ਸਿੱਖਾ ਤੈਨੂੰ ਕੋਈ ਇਤਰਾਜ਼ ਨਹੀਂ? ਕਹਿੰਦੇ ਮਹਾਰਾਜ ਕਾਹਦਾ ਇਤਰਾਜ਼ ਹੈ, ਤੇਰੇ ਅੱਗੇ ਕੋਈ ਜ਼ੋਰ ਹੈ, ਤੂੰ ਮਾਲਕ ਹੈ। ਮਹਾਰਾਜ ਕਹਿੰਦੇ ਜਾ ਫਿਰ ਕੋਈ ਕੀਮਤੀ ਸਮਾਨ ਕੁੱਲੀ ਦੇ ਵਿੱਚ ਹੈਗਾ ਤੇ ਕੱਢ ਲਾ, ਮੁੜ ਕੇ ਨਾ ਆਖੀ ਮੇਰਾ ਕੁਝ ਕੀਮਤੀ ਸੀ ਸਾੜ ਦੇਣੀ ਅਸੀਂ। ਕਹਿੰਦੇ ਮਹਾਰਾਜ ਸਭ ਤੋਂ ਕੀਮਤੀ ਤੇਰਾ ਨਾਮ ਹੈ, ਉਹ ਮੇਰੇ ਹਿਰਦੇ 'ਚ ਆ, ਮੇਰਾ ਕੁਛ ਵੀ ਕੀਮਤੀ ਨਹੀਂ, ਲਾ ਦਿਓ ਅੱਗ। ਤੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੇ ਅੱਗ ਲਾ ਦਿੱਤੀ, ਕੁੱਲੀ ਮੱਚ ਗਈ, ਬਿਸਤਰੇ ਮੱਚ ਗਏ। ਤੇ ਉਹ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਖੁਸ਼ ਹੈ? ਕਹਿੰਦੇ ਮਹਾਰਾਜ ਬਹੁਤ ਖੁਸ਼ ਹੈ। ਤੇ ਮਰਦਾਨਾ ਕਹਿੰਦਾ ਮੈਂ ਨਹੀਂ ਖੁਸ਼। ਵੀ ਨਾਲੇ ਤੇ ਉਹਨੇ ਰਾਤ ਰੱਖਿਆ, ਆਪ ਬਾਹਰ ਸੁੱਤੇ, ਤੇ ਨਾਲੇ ਅੱਗ ਲਾਤੀ, ਇਹ ਕੋਈ ਚੰਗੀ ਗੱਲ ਹੈ? ਮਹਾਰਾਜ ਕਹਿੰਦੇ ਮਰਦਾਨਿਆਂ ਜਦੋਂ ਪੱਕੇ ਬਣਾਉਣੇ ਹੋਣ ਨਾ ਤੇ ਕੱਚੇ ਢਾਉਣੇ ਪੈਂਦੇ ਐ। ਤੇ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਸਾਰੀ ਰਾਤ ਨਹੀਂ ਸੁੱਤਾ ਹੀ,
ਤੂੰ ਤੇ ਮਰਦਾਨਿਆਂ ਘਰਾੜੇ ਮਾਰਦਾ ਸੀ ਜਦੋਂ ਕਣੀਆਂ ਪੈਂਦੀਆਂ, ਇਹ ਵੀ ਬੈਠੇ ਸੀ ਤੇ ਮੈਂ ਵੀ ਭਿੰਨੀ ਰਹਿਣੜੀਏ ਚੌਂਕਣ ਤਾਰੇ ਜਾਗੇ ਸੰਤ ਜਨਾਂ। ਮਾਰੇ ਕਹਿੰਦੇ ਮੈਂ ਸਾਰੀ ਰਾਤ ਨਹੀਂ ਸੁੱਤਾ। ਓਏ ਇਹਨਾਂ ਦਾ ਦਿਲ ਬੜਾ ਵੱਡਾ ਹੀ ਓਏ, ਪਰ ਇਹਨਾਂ ਦਾ ਘਰ ਬੜਾ ਨਿੱਕਾ ਹੀ। ਅਸੀਂ ਵੀ ਸਾਰੀ ਰਾਤ ਇਹੋ ਹੀ ਸੋਚਦੇ ਰਹੇ ਵੀ ਇਹਦਾ ਦਿਲ ਇੰਨਾ ਵੱਡਾ ਵਾ ਤੇ ਇਹਦਾ ਘਰ ਕਿਉਂ ਛੋਟਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਵਰਤਾਈ ਹੈ, ਦਇਆ ਕੀਤੀ ਹੈ। ਆਪ ਵਿੱਚ ਵਰਤ ਕਰਕੇ ਸਾਧ ਸੰਗਤ ਜੀ ਧਿਆਨ ਦੇਣਾ, ਟਿਕਾਓ ਨਾ ਖਰਾਬ ਕਰਿਓ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਕੁੱਲੀ ਮੱਚ ਗਈ, ਸਵਾਹ ਇਕੱਠੀ ਹੋ ਗਈ। ਮਹਾਰਾਜ ਜੀ ਤੁਰਨ ਲੱਗੇ, ਉਹ ਸਿੱਖ ਪਰਿਵਾਰ ਵੀ ਮਹਾਰਾਜ ਨੂੰ ਵਿਦਾ ਕਰਨ ਆਇਆ ਤੇ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਜਾ ਸਿੱਖਾ ਨੀਆਂ ਪੁੱਟਣੀਆਂ ਸ਼ੁਰੂ ਕਰ ਦੇ। ਵਚਨ ਹੈ ਤੇ ਮਰਦਾਨਾ ਕਹਿੰਦਾ ਬਾਬਾ ਇੱਕ ਬਨੇ ਫੂਕ ਆਏ ਅੱਗ ਲਾ ਕੇ ਤੇ ਦੂਜੇ ਬਨੇ ਨੀਆਂ ਪੁੱਟਣੀਆਂ, ਤੇ ਨੀਆਂ ਚ ਪਾਉਣਾ ਕੀ ਹੈ ਸਵਾਹ। ਆਖੋ ਸਤਨਾਮ। ਵੀ ਜਿਹੜੀ ਸੜੀ ਹੋਈ ਸਵਾਹ ਰੁਪਈਆ ਉਹਦਾ ਕੋਈ ਨਹੀਂ, ਉਹਦੇ ਕੱਪੜੇ ਵੀ ਲੂ ਆਏ ਆ, ਸਾਰਾ ਸਮਾਨ ਵੀ ਫੂਕਤਾ ਹੀ। ਨਾਨਕ ਦੀ ਮਹਿਮਾ ਕੌਣ ਜਾਣੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਜੀ ਉਹ 7 ਵਚਨ ਕਹੀ ਜਾਂਦੇ ਤੇ ਤੂੰ ਕਿਉਂ ਦੁਖੀ ਆ। ਕਹਿੰਦੇ ਮਹਾਰਾਜ ਮੈਂ ਤੇਰੇ ਨਾਲ ਰਹਿਣਾ, ਮੈਨੂੰ ਪਤਾ ਤੇਰਾ, ਤੂੰ ਏਦਾਂ ਕਰੀ ਜਾਣਾ, ਗਾਂ ਕਿਸੇ ਨੇ ਸਾਧਾਂ ਨੂੰ ਘਰੇ ਨਹੀਂ ਵੜਨ ਦੇਣਾ, ਕਿਸੇ ਨੇ ਸਤਿਕਾਰ ਨਹੀਂ ਕਰਨਾ ਬਾਬਿਆਂ ਦਾ। ਮਹਾਰਾਜ ਕਹਿੰਦੇ ਜਿਹੜਾ ਬਾਣੀ ਪੜ੍ਹਨ ਵਾਲਾ ਉਹਨੂੰ ਸਤਿਕਾਰ ਲੱਭਣ ਦੀ ਲੋੜ ਨਹੀਂ, ਸਤਿਕਾਰ ਉਹਦੇ ਮਗਰ ਤੁਰਿਆ ਫਿਰੇ। ਤੁਹਾਡੇ 'ਚ ਕਮੀ ਨਾ ਹੋਵੇ, ਸੰਗਤੇ ਸੱਚ ਹੈ, ਬਾਬਿਆਂ 'ਚ ਕਮੀ ਨਾ ਹੋਵੇ। ਜਿਹੜਾ ਬੰਦਾ ਸੱਚਾ ਸੁੱਚਾ ਬਾਣੀ ਨੂੰ ਪਿਆਰ ਕਰਦਾ, ਸੇਵਾ ਨੂੰ, ਦੁਨੀਆ ਗੱਡੀ 'ਚੋਂ ਲਾ ਕੇ ਲੈ ਆਉਂਦੀ, ਚਲੋ ਘਰੇ ਭਾਵੇਂ 2 ਮਿੰਟ ਪਾਣੀ ਪੀਓ, ਹੁੰਦਾ ਸਾਡੇ ਨਾਲ, ਇਹ 'ਚ ਕੀ ਸ਼ੱਕ ਹੈ। ਮਹਾਰਾਜ ਕਹਿੰਦੇ ਤੂੰ ਮੇਰਾ ਹੋ ਜੀ, ਤੇਰੇ ਮਗਰੋਂ ਆਵਾਜ਼ ਮਗ ਪਊ, ਜੇ ਤੂੰ ਗਲਤ ਹੋਇਆ ਤੈਨੂੰ ਵੇਖ ਕੇ ਬੂਹਾ ਢੋਣਾ ਅਗਲਿਆ। ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਸਤਿਗੁਰ ਸਿੱਖ ਕੇ ਤੂੰ ਵਿਕਾਰੀ ਨਾ ਹੋਈ। ਇਹ ਨਾ ਹੋਵੇ ਕਿਸੇ ਦੇ ਘਰ ਜਾ ਕੇ ਤੇ ਅਗਲੇ ਦੇ ਘਰ ਪੁੱਠੀ ਨਿਗਾਹ ਨਾਲ ਵੇਖੀ ਜਾਵੇ, ਅਗਲੇ ਦੀ ਮਾਇਆ ਵੱਲ ਵੇਖੀ ਜਾਵੇ, ਫਿਰ ਨਹੀਂ ਤੈਨੂੰ ਕਿਸੇ ਨੇ ਪੁੱਛਣਾ, ਤੁਰਿਆ ਫਿਰੇਗਾ ਧੱਕੇ ਖਾਂਦਾ। ਇਹ ਮਹਾਰਾਜ ਦੀ ਬਾਣੀ ਕਹਿੰਦੀ ਹੈ ਵਿਕਾਰ ਨਹੀਂ ਹੋਣਾ ਚਾਹੀਦਾ। ਤੂੰ ਸਤਿਕਾਰ ਮੰਗ ਕੇ ਲੈਣਾ, ਕਿਤੇ ਤੈਨੂੰ ਆਪ ਮਿਲੂਗਾ। ਤੋ ਇਸ ਕਰਕੇ ਸਾਧ ਸੰਗਤ ਜੀ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਦਿਆਲੂ ਹੈ। ਆ ਸਾਡੇ ਤੋਂ ਗਲਤੀਆਂ ਬਹੁਤ ਹੋ ਜਾਂਦੀਆਂ ਜ਼ਿੰਦਗੀ 'ਚ, ਅਸੀਂ ਕਹਿੰਦੇ ਰੱਬ ਮੇਰੀ ਸੁਣਦਾ ਨਹੀਂ, ਉਹ ਕਹਿੰਦਾ ਤੂੰ ਮੇਰੀ ਸੁਣਦਾ। ਕਈ ਵਾਰੀ ਆਪਾਂ ਰੋਂਦੇ ਹਾਂ ਨਾ ਗੁਰੂ ਘਰ, ਮਾਰੇ ਤੂੰ ਮੇਰੀ ਸੁਣਦਾ ਨਹੀਂ। ਮਾਰੇ ਕਹਿੰਦੇ ਜਦੋਂ ਮੈਂ ਤੈਨੂੰ ਸਮਝਾਇਆ ਤੂੰ ਮੇਰੀ ਸੁਣੀ। ਤੈਨੂੰ ਅੱਜ ਦੁੱਖ ਲੱਗਦਾ ਨਾ, ਤੇਰਾ ਕੰਮ ਨਹੀਂ ਹੁੰਦਿਆ ਤੇ ਰੋਂਦਿਆਂ, ਜਿੱਦਣ ਮੈਂ ਕਿਹਾ ਸੀ ਪੋਤੇ ਕੰਮ ਨਹੀਂ ਕਰਨਾ ਨਹੀਂ ਤੇ ਤੂੰ ਕੀਤਾ ਨਾ, ਫਿਰ ਤੇ ਹੁਣ ਫਿਰ ਏਦਾਂ ਹੀ ਹੈ, ਜੇ ਤੂੰ ਨਹੀਂ ਮੇਰੀ ਸੁਣੀ ਤੇ ਮੈਂ ਤੇਰੀ। ਫਿਰ ਵੀ ਜਦੋਂ ਬੱਚਾ ਰੋਂਦਾ, ਉਹ ਮਾਂ ਏ ਪਿਓ ਏ, ਉਹਨੂੰ ਫਿਰ ਤਰਸ ਆ ਜਾਂਦਾ, ਕਹਿੰਦਾ ਚੱਲ ਕੋਨੀ ਆ ਜਾ ਹੁਣ ਕੋ ਸਤਨਾਮ। ਮਰਦਾਨਾ ਕਹਿੰਦਾ ਮਹਾਰਾਜ ਸਵਾਹ ਪਾਊਗਾ। ਮਹਾਰਾਜ ਕਹਿੰਦੇ ਉਹਦਾ ਦਿਲ ਵੱਡਾ, ਉਹਦਾ ਪਿਆਰ ਵੱਡਾ, ਉਹਦੀ ਜ਼ੁਬਾਨ ਵੱਡੀ ਹੈ। ਵੇਲਾ 7 ਵਚਨ ਹੀ ਕਹੀ ਜਾਂਦਾ। ਤੇ ਜਾ ਕਹਿੰਦੇ ਤੂੰ ਬੇਫਿਕਰ ਹੋ ਜਾ, ਜਦੋਂ ਕਿਤੇ ਗੇੜਾ ਵੱਜਾ ਨਾ ਆ ਕੇ ਵੇਖ ਜੀ ਘਰ ਇਹਦਾ। ਸੰਗਤੇ ਉਹਨਾਂ 2 ਜੀਆਂ ਨੇ 7 ਵਚਨ ਕਹਿ ਕੇ ਜਾ ਕੇ ਨੀਆਂ ਪੁੱਟਣੀਆਂ ਸ਼ੁਰੂ ਕੀਤੀਆਂ। ਜਦੋਂ ਨੀਂਹ 5 ਫੁੱਟ ਥੱਲੇ ਗਈ ਤੇ ਕਈ ਵੱਜੀ ਗਾਗਰ ਤੇ। ਜਦੋਂ ਗਾਗਰ ਬਾਹਰ ਕੱਢੀ, ਸੋਨੇ ਦੀਆਂ ਮੋਹਰਾਂ। ਵੇਖੋ ਜੋ ਜਨ ਤੁਮਰੀ ਭਗਤ ਕਰਨ ਤੇ ਸਾਧ ਸੰਗਤ ਜੀ ਸਭ ਕੁਝ ਵੇਖਿਆ ਤੁਸੀਂ। ਏਦਾਂ ਦੇ ਦਿਨ ਸੀ, ਆਸ ਨਹੀਂ ਸੀ ਵੀ ਦਿਨ ਮੁੜਨਗੇ। ਕਿੱਥੋਂ ਮੁੜਨੇ ਜਦੋਂ ਬੰਨਾ ਹੀ ਕੋਈ ਨਹੀਂ ਦਿਸਣ ਦਿਆ। ਚਾਰੇ ਪਾਸੇ ਵੇਹਣੇ, ਕੋਈ ਭੈਣ ਭਰਾ, ਕੋਈ ਪੈਲੀ ਨਹੀਂ, ਬੰਨਾ ਨਹੀਂ, ਕੋਈ ਕਾਰੋਬਾਰ ਨਹੀਂ, ਤੇ ਬੰਦਾ ਬਾਬਾ ਕਥਾ ਜਾਖੀ ਜਾਂਦਾ ਰੱਬ ਦਿਨ ਮੋੜੂਗਾ। ਕਿੱਦਾਂ ਮੋੜੂਗਾ? ਏਦਾਂ ਮੋੜਦਾ ਹੀ, ਏਦਾਂ ਵਿੱਚ ਵਰਤਦਾ ਹੀ ਕਿਸੇ ਦੇ। ਉਹ ਗਾਗਰ ਕੱਢੀ ਤੇ ਸੋਹਣਾ ਮਹਿਲ ਬਣ ਗਿਆ। ਐਵੇਂ ਨਹੀਂ ਬਾਣੀ ਕਹਿੰਦੀ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸੇ ਜੰਤ ਪਏ ਹਰਿਆਵਲੇ, ਜਿਨ ਮੇਰਾ। ਤੋ ਇਸ ਕਰਕੇ ਸਾਧ ਸੰਗਤ ਜੀ ਇਸ ਸਾਖੀ ਨੇ ਅੰਦਰ ਨੂੰ ਬੜਾ ਟਿਕਾ ਦਿੱਤਾ, ਬੜਾ ਸਕੂਨ ਆਇਆ ਵੀ ਸਤਿਗੁਰੂ ਵਾਕਿਆ ਹੀ ਤੇਰੇ 'ਚ ਕਮੀ ਨਹੀਂ, ਕਮੀ ਸਾਡੇ 'ਚ ਹੈ। ਪਹਿਲੀ ਗੱਲ ਤੂੰ ਸਾਡੇ ਘਰੇ ਆਵੇਂ ਤੇ ਮੀਂਹ ਪਵੇ ਤੇ ਤੈਨੂੰ ਬਾਹਰ ਕੱਲਾਂਗੇ, ਆਪ ਅੰਦਰ ਸੋਵਾਂਗੇ। ਦੂਜੀ ਗੱਲ ਰਹੀ ਵੀ ਜੇ ਤੂੰ ਆਖੇ ਮੈਂ ਤੁਹਾਡੇ ਘਰ ਨੂੰ ਅੱਗ ਲਾਉਣੀ ਤੇ ਆਖਾਂਗੇ ਡਾਂਗ ਪਈ ਹੈ, ਨਿਕਲ ਜਾ ਇੱਥੋਂ।
ਹੁਣ ਇੰਨਾ ਤੇ ਸਾਰੇ ਸੁਣ ਕੇ ਖੁਸ਼ ਆ ਵੀ ਸਿੱਖ ਦਾ ਘਰ ਬਣਾ ਕੇ ਸਾਡਾ ਵੀ ਕਿਤੇ ਨਾਨਕ ਬਣਾ ਜੇ। ਉਹ ਕਹਿੰਦਾ ਮੈਂ ਤੇ ਤਿਆਰ ਹੈ, ਗਾਗਰ ਲੈ ਕੇ ਭਰੀ, ਤੇ ਤੋਂ ਸਾਂਭੀ ਨਹੀਂ ਜਾਣੀ, ਤੂੰ ਪਹਿਲਾਂ ਹੀ ਜਵਾਬ ਜਬੂਬ ਦੇ ਦੇਣਾ, ਮੈਨੂੰ ਆਖੋ ਸਤਨਾਮ। ਤੋ ਇਸ ਕਰਕੇ ਬੇਬੇ ਜੀ ਨੂੰ ਬਾਬਾ ਜੀ ਕਹਿਣ ਲੱਗੇ, ਬੇਬੇ ਹੁਣ ਲੇਖੇ ਜੋਖੇ ਹੋਣੇ ਆ, ਹੁਣ ਕਰਤਾਰ ਦੇ ਹੱਥ ਡੋਰਾ ਵੇਖੋ ਕੀ ਬਣਦਾ। ਕਹਿਣ ਲੱਗੇ ਮੇਰੀ ਵੀ ਇੱਛਾ ਸੀ ਪਹਿਲਾਂ ਤੋਂ ਹੀ, ਚਲੋ ਅੱਜ ਮਹਾਰਾਜ ਨੇ ਸੱਚੀ ਕਰਤੀ, ਕਿਉਂਕਿ ਗੁਰੂ ਨਾਨਕ ਵੀ ਹੁਣ ਚਾਹੁੰਦੇ ਬਥੇਰੀ ਦੁਕਾਨ ਕਰ ਲਈ, ਹੁਣ ਚੱਲੀਏ ਛੱਡੀਏ ਖਹਿੜਾ ਦੁਨੀਆਦਾਰੀ ਦਾ, ਹੁਣ ਚਾਕਰੀ ਸ਼ੁਰੂ ਹੋਣੀ ਨਾ ਉਦਾਸੀਆਂ। ਤੋ ਇਸ ਕਰਕੇ ਮਹਾਰਾਜ ਕਹਿੰਦੇ ਸਾਡੀ ਵੀ ਇੱਛਾ ਸੀ ਵੀ ਕਿਸੇ ਦਿਨ ਹਿਸਾਬ ਕਿਤਾਬ ਹੋਵੇ, ਚੈੱਕ ਹੋਵੇ ਸਾਡਾ ਮੋਦੀ ਖਾਨਾ। ਔਰ ਕਹਿੰਦੇ ਇਸ ਕਰਕੇ ਭਗਤੀ ਦੀ ਮਹੂਰਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਬੇਬੇ ਬੰਦਗੀ ਕਰਿਆ ਕਰ, ਜਿਹਦੇ ਨਾਲ ਵੈਗਰੂ ਹੋ ਜੇ ਉਹਦੇ ਲੇਖੇ ਜੋਖੇ ਮੁੱਕ ਜਾਂਦੇ ਹਨ। ਔਰ ਕਹਿੰਦੇ ਹਨ ਕਿ ਮੇਰਾ ਭਰਾ ਜਿਹਨੂੰ ਕੋਈ ਸੈਂਸਾ ਨਹੀਂ, ਬੇਬੇ ਨਾਨਕੀ ਕਹਿੰਦੀ ਧੰਨ ਹੈ ਤੂੰ, ਇੰਨੀ ਵੱਡੀ ਗੱਲ ਹੋ ਗਈ ਵੀ ਤੇਰੀ ਚੁਗਲੀ ਹੋ ਗਈ, ਅਗਲਿਆਂ ਨੇ ਤੇਰੇ ਤੇ ਫਲੈਂਗ ਪਵਾਤੀ ਆ, ਤੇਰਾ ਮੋਦੀ ਖਾਨਾ ਚੈੱਕ ਹੋਣਾ ਤੇ ਤੈਨੂੰ ਕੋਈ ਫਿਕਰ ਨਹੀਂ, ਤੂੰ ਹੱਸੰਦਿਆ ਏ। ਇਹਨੂੰ ਕਹਿੰਦੇ ਫਕੀਰੀ। ਫਕੀਰ ਦੇ ਅਰਥ ਕੀਤੇ ਕਾਨ ਸਿੰਘ ਨਾਭਾ ਨੇ। ਫੱਫੇ ਦਾ ਅਰਥ ਹੈ ਫਕਰ, ਰੱਬ ਤੇ ਜਿਹਨੂੰ, ਹੋਰ ਬੰਦੇ ਬੁੰਦੇ ਤੇ ਨਹੀਂ। ਕੱਕੇ ਨੂੰ ਬਿਹਾਰੀ ਕੀ, ਜਿਹੜਾ ਕੁਦਰਤ ਦੇ ਵਿੱਚ ਬੈਠਾ ਵੀ ਜੇ ਮੱਛਰ ਹੈ, ਜੇਠ ਹਾੜ ਹੈ ਤੇ ਤਾਂ ਵੀ ਵੈਗਰੂ, ਤੇ ਜੇ ਪੋਹ ਮਾਘ ਚ ਬਰਫ਼ ਜੰਮ ਗਈ ਤੇ ਤਾਂ ਵੀ ਕੁਦਰਤ ਦੇ ਨਾਲ ਜਿਹੜਾ ਰਹਿੰਦਾ। ਤੇ ਰਾਰਾ ਸ਼ਬਦ ਰਹਿਮ ਦਿਲ। ਫਕੀਰ ਏਦਾਂ ਦਾ ਹੁੰਦਾ ਜਿਹਨੂੰ ਹਰ ਕਿਸੇ ਤੇ ਤਰਸ ਆਉਂਦਾ, ਹਰ ਕਿਸੇ ਤੇ ਦਇਆ ਆਉਂਦੀ। ਕਈ ਵਾਰੀ ਆਪਣੀ ਰੋਟੀ ਖਾਣ ਲੱਗਾ ਹੁੰਦਾ ਤੇ ਲਾਗੇ ਕੋਈ ਕੁੱਤਾ ਆ ਜਾਏ ਤੇ ਸਾਰੀ ਉਹਨੂੰ ਹੀ ਛਕਾ ਜਾਂਦਾ, ਰਹਿਮ ਦਿਲ। ਤੇ ਜੇ ਪਾਠ ਕਰਕੇ ਬਾਣੀ ਪੜ੍ਹ ਕੇ ਤੇ ਤਰਸ ਨਹੀਂ ਆਇਆ ਤੇ ਕਾਹਦਾ ਪਾਠ ਆ। ਗੁਰਦੁਆਰੇ ਆਉਂਦਿਆਂ 50 ਸਾਲ ਹੋ ਗਏ ਤੇ ਅਜੇ ਵੀ ਹਰ ਕਿਸੇ ਨੂੰ ਧੱਕੇ ਮਾਰਦਾ, ਕੀ ਫਾਇਦਾ ਤੇਰਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੱਸਦੇ ਪਏ ਤੇ ਬੇਬੇ ਕਹਿੰਦੀ ਧੰਨ ਨਾਨਕ ਤੇ ਧੰਨ ਤੇਰੀ ਕਮਾਈ ਹੈ। ਮਹਾਰਾਜ ਕਹਿੰਦੇ ਬੇਬੇ ਲੇਖਾ ਦੇਖਾ ਸਭ ਨੂੰ ਦੇਣਾ ਪੈਣਾ, ਲੇਖਾ ਸਭ ਦਾ ਹੋਣਾ ਹੈ, ਕਿਸੇ ਨੂੰ ਕੋਈ ਗਿਲਾ ਨਹੀਂ। ਇਸ ਕਰਕੇ ਕਿਸੇ ਨੂੰ ਮਾੜਾ ਨਾ ਕਿਹਾ ਕਰੋ, ਮੇਰੀ ਕੀਤੀ ਮੈਂ ਭੋਗਣੀ, ਇਹਦੀ ਕੀਤੀ ਇਹਨੇ ਭੋਗਣੀ, ਇਹਨਾਂ ਦੀ ਕੀਤੀ ਇਹ ਭੋਗਣਗੇ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਕਿਸੇ ਨੂੰ ਨਾ ਕਿਹਾ ਕਰ, ਤੇਰੀ ਡਿਊਟੀ ਨਹੀਂ। ਕਈ ਵਾਰੀ ਆਪਾਂ ਸਹਿ ਸੁਭਾ ਕਹੀ ਦੇਣਾ ਤੈਨੂੰ ਕੀੜੇ ਪੈਣੇ, ਤੂੰ ਮੰਜੇ ਤੇ ਗੱਲ ਨਾ, ਕਹਿੰਦੇ ਹੁੰਦੇ ਨਾ ਇੱਕ ਦੂਜੇ ਨਾਲ ਲੜੀਏ ਤੇ ਤੇਰਾ ਅੰਤ ਮਾੜਾ ਹੋਣਾ। ਮਹਾਰਾਜ ਕਹਿੰਦੇ ਹੁੰਦੇ ਨਾ ਏਦਾਂ ਨਾ ਕਰਿਆ ਕਰ, ਕਿਸੇ ਦੀ ਭਵਿੱਖਬਾਣੀ ਤੂੰ ਨਾ ਕਰਿਆ ਕਰ, ਤੂੰ ਇਹੋ ਹੀ ਕਿਹਾ ਕਰ ਸਤਿਗੁਰੂ ਹਮ ਨਹੀਂ ਚੰਗੇ ਤੂੰ ਹੱਥ ਜੋੜਿਆ ਕਰ। ਮਹਾਰਾਜ ਬਾਬਾ ਬੁੱਲੇ ਸ਼ਾਹ ਨਹੀਂ ਕਹਿੰਦੇ, ਕਹਿੰਦੇ ਬੁਰੇ ਬੰਦੇ ਮੈਂ ਲੱਭਣ ਤੁਰਿਆ, ਮੈਨੂੰ ਬੁਰਾ ਨਾ ਲੱਭਾ ਕੋਈ, ਜਦ ਮੈਂ ਆਪਣੇ ਅੰਦਰ ਵੇਖਿਆ, ਜਦ ਮੈਂ ਆਪਣੇ, ਅਸੀਂ ਤੇ ਲੋਕਾਂ ਦੇ ਘਰਾਂ ਵੱਲ ਵੇਣੇ, ਲੋਕਾਂ ਦੇ ਬੂਹਿਆਂ ਵੱਲ, ਲੋਕਾਂ ਦੇ ਬੱਚਿਆਂ, ਲੋਕਾਂ ਦੇ ਪਰਿਵਾਰਾਂ ਵੱਲ ਵੇਣੇ, ਕੀ ਕਰਦੇ, ਕਿੱਧਰੋਂ ਆਉਂਦੇ ਕਿੱਧਰ ਜਾਂਦੇ। ਨਹੀਂ, ਜਦ ਮੈਂ ਆਪਣੇ ਅੰਦਰ ਵੇਖਿਆ ਤੇ ਰੱਬਾ ਮੇਥੋਂ ਬੁਰਾ ਨਾ ਕੋਈ। ਬਸ ਆਪਣੇ ਅੰਦਰ ਵੇਖਿਆ ਕਰੋ, ਲੋਕਾਂ ਵੱਲ ਨਹੀਂ ਵੇਖੀਦਾ ਹੁੰਦਾ ਵੀ ਕਿੱਥੋਂ ਆਏ, ਕਿਹਦੇ ਕੋ ਖੜੋਤੇ, ਕਿੱਥੇ ਚੱਲੇ ਹਨ। ਔਰ ਕਹਿੰਦੇ ਹੈ ਬੇਬੇ ਇਹ ਤੇ ਚੱਲਦਾ ਹੀ ਆਇਆ, ਜਦੋਂ ਵੀ ਲੇਖਾ ਜੋਖਾ ਕਿਸੇ ਦਾ ਵੀ ਹੁੰਦਾ ਇਹ ਤੇ ਘਟਦਾ ਵੱਧਦਾ ਹੈ, ਜਾਂ ਘਟ ਜਾਣਗੇ 4 ਰੁਪਈਏ ਤੇ ਜਾਂ ਵੱਧ ਜਾਣਗੇ। ਹੁਣ ਫਿਰ ਸੈਂਸਾ ਕਾਹਦਾ ਕਰਨਾ, ਪਰਵਾਹ ਨਹੀਂ ਕਰਨੀ, ਆਪੇ ਮਾਲਕ ਕਿਰਪਾ ਕਰੇਗਾ। ਔਰ ਉਸ ਵੇਲੇ ਕਹਿੰਦੇ ਬੇਬੇ ਨਾਨਕੀ ਜੀ ਕਹਿਣ ਲੱਗੇ ਤੁਸੀਂ ਸੱਚ ਗੱਲ ਕਹੀ ਹੈ। ਕਹਿਣ ਲੱਗੇ ਪਰ ਇੱਕ ਗੱਲ ਦੱਸੋ, ਤੁਹਾਨੂੰ ਲੇਖਾ ਕਰਵਾਉਂਦਿਆਂ ਰਤਾ ਵੀ ਸੰਗ ਨਹੀਂ ਆਉਂਦੀ, ਵੀ ਜੇ ਤੁਹਾਡਾ ਵਾਧਾ ਘਾਟਾ ਕੋਈ ਹੋ ਗਿਆ ਤੇ ਕੀ ਜਵਾਬ ਦਵੋਗੇ। ਤੇ ਮਹਾਰਾਜ ਕਹਿੰਦੇ ਲੈ ਫਿਰ ਬੇਬੇ ਹੁਣ ਫਿਰ ਦੇਰੀ ਕੀ ਕਰਨੀ ਹੈ,
ਜੇ ਰਹੀ ਗੱਲ ਤੇ ਫਿਰ ਆਪਾਂ ਛੇਤੀ ਕਰੀਏ ਹਿਸਾਬ ਕਿਤਾਬ ਤੇ ਬੰਨੇ ਕਰੀਏ ਗੱਲ। ਹੁਣ ਮੈਂ ਵੀ ਨਹੀਂ ਬਹੁਤੀ ਦੇਰੀ ਲਾਉਣੀ, ਕਿਉਂਕਿ ਖੁਦਾ ਰੱਬ ਸੀ ਨਾ, ਉਹ ਤੇ ਹੱਟੀ ਤੇ ਬਹਿ ਕੇ ਇੱਕ ਸਾਨੂੰ ਦੱਸਣ ਹੀ ਆਇਆ ਸੀ ਵੀ ਥੋੜਾ ਬਹੁਤ ਕਿਸੇ ਗਰੀਬ ਦਾ ਵੀ ਸੋਚਿਓ, ਛਿੱਲ ਨਾ ਲਾਇਓ ਗਰੀਬ ਦੀ। ਹਾਂਜੀ, ਕਈਆਂ ਨੇ ਹੱਟੀ ਦਾ ਨਾਂ ਰੱਖਿਆ ਹੁੰਦਾ ਨਾਨਕ ਦਾ ਹੱਟ, ਤੇ ਛਿੱਲ ਸਭ ਤੋਂ ਜ਼ਿਆਦਾ ਲੈਂਦੀ ਹੈ। ਬਾਬੇ ਦਾ ਤੇ ਨਾਂ ਹੀ ਬਦਨਾਮ ਕੀਤਾ। ਇਹਦੇ ਇੱਕ ਮੈਨੂੰ ਆ ਕੇ ਕਹਿੰਦੇ ਜੀ ਇਹ ਤੁਸੀਂ ਕੋਈ ਹੁਕਮਨਾਮਾ ਕੱਢੋ। ਮੈਂ ਕਿਹਾ ਕਾਹਦਾ? ਕਹਿੰਦੇ ਵੀ ਸਿੰਘ ਸਾਹਿਬ ਨੂੰ ਅਕਾਲ ਤਖਤ ਤੋਂ ਚਾਹੀਦਾ ਵੀ ਜਿਹੜੇ ਦੁਕਾਨਾਂ ਦੇ ਹਸਪਤਾਲਾਂ ਦੇ ਨਾਂ ਗੁਰੂ ਸਾਹਿਬ ਤੇ ਰੱਖਦੇ ਬੰਦ ਕਰਾਉਣੇ ਚਾਹੀਦੇ। ਵੈਸੇ ਸਹੀ ਹੈ ਨਾ? ਉਹ ਕਹਿੰਦੇ ਵੀ ਹਸਪਤਾਲ ਦਾ ਨਾਂ ਗੁਰੂ ਰਾਮਦਾਸ, ਤੇ ਬੰਦਾ ਮਰਿਆ 5 ਦਿਨ ਹੋ ਗਏ ਤੇ ਉਹਦਾ ਇਲਾਜ ਚੱਲਣ ਦਿਆ। ਇਹ ਬੰਦ ਕਰਾਉਣੇ ਚਾਹੀਦੇ। ਜਿੰਨੇ ਵੀ ਦੇਵੀ ਦੇਵਤੇ ਪੀਰ ਫਕੀਰ ਆ ਨਾ, ਉਹਨਾਂ ਦੇ ਨਾਂ ਦੇ ਉੱਤੇ ਆਪਾਂ ਰੱਖ ਤਾਂ ਲੈਂਦੇ ਵੈਸੇ, ਪਰ ਇਹ ਗਲਤ ਗੱਲ ਹੈ, ਕਿਉਂਕਿ ਉਹਨਾਂ ਦਾ ਨਾਂ ਰੱਖਣਾ ਸੌਖਾ, ਉੱਥੇ ਚੱਲਣਾ ਔਖਾ। ਕੋਈ ਗੁੱਸਾ ਨਾ ਕਰਿਓ, ਮੇਰੀ ਮਜਬੂਰੀ ਹੈ। ਹੁਣ ਕਈ ਵਾਰੀ ਆਪਾਂ ਸਕੂਲਾਂ ਦਾ ਨਾਂ ਵੀ ਰੱਖਿਆ ਹੁੰਦਾ ਹੈ ਨਾ, ਅਕਾਲ ਅਕੈਡਮੀ, ਦਸ਼ਮੇਸ਼ ਅਕੈਡਮੀ, ਇੱਦਾਂ ਵਗੈਰਾ ਵਗੈਰਾ। ਉਹਦੇ ਨਾਂ ਦੇ ਉੱਤੇ ਤਾਂ ਰੱਖੋ ਜੇ ਉਹਦੇ ਹੁਕਮ 'ਚ ਚੱਲਣਾ, ਤੇ ਜੇ ਨਹੀਂ ਚੱਲਣਾ ਤਾਂ ਫਿਰ ਉੱਦਾਂ ਹੀ ਰਹਿਣ ਦਿਓ, ਕੋਈ ਨਾਂ ਨਾ ਰੱਖੋ। ਕਿਉਂਕਿ ਜਦੋਂ ਉਹਦਾ ਨਾਂ ਲੈ ਕੇ ਕੋਈ ਕੰਮ ਕਰਦਾ ਤੇ ਫਿਰ ਉਹ ਛਿੱਲ ਲਾਉਂਦਾ। ਹੁਣ ਮੰਨ ਲਓ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ, ਤੇ ਮੈਂ ਕਿਸੇ ਨੂੰ ਕਹਿਦਾ ਵੀ ਮੈਂ ਫਲਾਣੇ DSP ਦਾ ਬੰਦਾ, ਇੱਕ ਵਾਰੀ ਝੂਠ ਚੱਲ ਜੂ, 2 ਵਾਰੀ ਜਦੋਂ ਕਾਬੂ ਆ ਗਿਆ ਤੇ ਛਿੱਲ ਬੁਰੀ ਲੈਣੀ। ਉਹਨਾਂ ਕਹਿਣਾ ਮੈਂ ਤੈਨੂੰ ਜਾਣਦਾ ਹੀ ਨਹੀਂ ਭਾਈ। ਉਹ ਕਹਿੰਦੇ ਇੰਨਾ ਚਿਰ ਹੋ ਗਿਆ ਤੇਰਾ ਨਾਂ ਹੀ ਚਲਾਈ ਗਿਆ। ਸੰਗਤੇ ਉਹਦਾ ਨਾਂ ਚੱਲਦਾ 2 ਲੋਕਾਂ 'ਚ, ਪਰ ਉਹਦਾ ਨਾਂ ਚਲਾਉਣਾ ਤੇ ਉਹਦੇ ਹੋਣਾ ਪੈਣਾ। ਜੇ ਕੋਈ ਕਿਸੇ ਦਾ ਵੱਡੇ MLA ਦਾ ਚਾਹ ਬਣਾਉਣ ਵਾਲਾ ਨਾ, ਤੇ ਉਹ ਰਿਸ਼ਤੇਦਾਰੀ ਸਾਰੀ ਕਹਿੰਦੀ ਸਾਡਾ ਬੰਦਾ ਖਾਸ, ਕਿਉਂਕਿ ਉਹ ਉੱਥੇ ਚਾਹ ਬਣਾਉਂਦਾ, ਉੱਥੇ ਝਾੜੂ ਫੇਰਦਾ, ਦੋਵੇਂ ਟਾਈਮ ਉਹਦੇ ਭਾਂਡੇ ਚੁੱਕਦਾ, ਯਾਨੀ ਉਹਦਾ ਕੁਝ ਨਾ ਕੁਝ ਕਰਦਾ, ਤਾਂ ਕਰਕੇ ਉਹਦਾ ਨਾਂ ਚੱਲਦਾ। ਤੇ ਤੂੰ ਬਾਣੀ ਵੀ ਨਹੀਂ ਪੜ੍ਹਦਾ, ਗੁਰੂ ਘਰ ਤੂੰ ਨਹੀਂ ਆਉਂਦਾ, ਸੇਵਾ ਤੂੰ ਨਹੀਂ ਕਰਦਾ, ਤੇ ਤੂੰ ਗੁਰੂ ਦਾ ਨਾਂ ਚਲਾਉਂਦਿਆਂ ਤੇ ਲੇਖਾ ਦੇਣਾ ਪੈਣਾ। ਇਸ ਕਰਕੇ ਮਹਾਰਾਜ ਕਹਿੰਦੇ ਭੈਣ ਜੀ, ਬੇਬੇ ਜੀ, ਆਪਾਂ ਨੂੰ ਵੀ ਹੁਣ ਲੇਖਾ ਦੇਣਾ ਹੀ ਚਾਹੀਦਾ ਹੈ। ਕਹਿੰਦੇ ਫਿਰ ਮਨ ਦੇ ਸੰਸੇ ਦੂਰ ਹੋ ਜਾਣਗੇ ਜਿਹੜੇ ਚੁਗਲੀਆਂ ਕਰਦੇ, ਜਿਹੜੇ ਮੈਨੂੰ ਵੇਖ ਕੇ ਪਸੰਦ ਨਹੀਂ ਕਰਦੇ ਵੀ ਹੱਟੀ ਨਾਨਕ ਦੀ ਬੰਦ ਹੋ ਜੇ। ਇਸ ਕਰਕੇ ਬੇਬੇ ਅੱਜ ਉਹਨਾਂ ਨੂੰ ਖੁਸ਼ ਹੋ ਲੈਣ ਦੇ, ਹੋਣ ਦੇ ਲੇਖਾ ਜੋਖਾ। ਹੱਥ ਜੋੜ ਕੇ ਬੇਬੇ ਜੀ ਕਹਿੰਦੇ ਧੰਨ ਨਾਨਕ ਜੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਮੈਂ ਨਾਲ ਹੀ ਹਾਂ ਤੁਹਾਡੇ। ਮੈਨੂੰ ਪਤਾ ਕਿ ਮੇਰਾ ਰੱਬ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਕਿਸੇ ਦਾ ਦਿਲ ਨਹੀਂ ਦੁਖਾ ਸਕਦਾ। ਔਰ ਕਹਿੰਦੇ ਹਨ ਕਿ ਜੋ ਤੁਹਾਡੇ ਮਨ ਦੇ ਵਿੱਚ ਖੁਸ਼ੀ ਹੁੰਦੀ ਤੁਸੀਂ ਉਹ ਕਰਦੇ ਹੋ। ਇਸ ਕਰਕੇ ਰੱਬ ਜੀ ਦਾ ਕੀਤਾ ਕਦੇ ਗਲਤ ਨਹੀਂ ਹੁੰਦਾ। ਕਈ ਵਾਰੀ ਆਪਾਂ ਕਹਿ ਦਿੰਦਾ ਨਾ, ਕਿਸੇ ਦਾ ਜਵਾਨ ਪੁੱਤ ਮਰ ਜੇ ਤੇ ਸਾਰੇ ਹਿਰਖ ਕਰਕੇ ਕਹਿੰਦੇ ਰੱਬ ਨੇ ਧੱਕਾ ਕੀਤਾ, ਰੱਬ ਨੇ ਬੜਾ ਮਾੜਾ ਕੀਤਾ ਵਿਚਾਰਿਆਂ ਦਾ। ਪਰ ਮਾਫ ਕਰਿਓ, ਰੱਬ ਕਦੇ ਕਿਸੇ ਦਾ ਆਪਣੇ ਹੱਥੀਂ ਆਪਾਂ ਕਿਤੇ ਕੋਈ ਨਾ ਕੋਈ ਬੀਜ ਗਲਤ ਬੀਜ ਲੈਂਦੇ, ਉਹ ਫਿਰ ਆਪਣੇ ਅੱਗੇ ਆ ਜਾਂਦਾ। ਕਿਸੇ ਨੂੰ ਆਪਾਂ ਰਵਾਇਆ ਹੁੰਦਾ, ਤੇ ਜਦੋਂ ਕਿਸੇ ਨੂੰ ਰਵਾਈਏ ਨਾ, ਉਹ ਫਿਰ ਮਹਾਰਾਜ ਲਿਖ ਲੈਂਦਾ, ਫਿਰ ਉਹ ਅਗਲੇ ਜਨਮ 'ਚ ਆਪਾਂ ਨੂੰ ਰਵਾਉਂਦਾ। ਤੇ ਜਦੋਂ ਆਪਾਂ ਰੋਂਦੇ ਹਾਂ ਨਾ, ਉਦੋਂ ਲੱਗਦਾ ਵੀ ਰੋਣਾ ਕੀ, ਜਦੋਂ ਅਗਲਾ ਰੋਂਦਾ ਸੀ ਉਦੋਂ ਆਪਾਂ ਕਹੀਦਾ ਲੈ ਇਹਨੇ ਤੇ ਇੱਦਾਂ ਤੇ ਕਈ ਤੁਰੇ ਫਿਰਦੇ, ਮੈਂ ਹੁਣ ਸਾਰਿਆਂ ਦਾ ਕੀ ਕਰਾਂ। ਪਰ ਉਹ ਰੱਬ ਨਹੀਂ ਮਾੜਾ ਕਰਦਾ, ਉਹ ਆਪਣੇ ਹੱਥੀਂ ਕਿਤੇ ਕਿਸੇ ਨੂੰ ਰਵਾਏ। ਇਹ ਸੱਚ ਜੇ, ਮਹਾਂਪੁਰਖਾਂ ਦੀ ਵੀ ਕਥਾ ਕੱਢ ਲਿਓ, ਜਿਤਨੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਾਰਟੰਡ ਵਿਦਿਆ ਦੇ ਹੋਏ ਹੈ, ਉਹ ਵੀ ਕਹਿੰਦੇ ਹੁੰਦੇ ਆ ਵੀ ਜੇ ਅੱਜ ਹੱਸਦੇ ਹਾਂ ਤਾਂ ਕਿਸੇ ਨੂੰ ਹਸਾਇਆ ਆਪਾਂ, ਜੇ ਅੱਜ ਰੱਜ ਕੇ ਰੋਟੀ ਖਾਂਦੇ ਤੇ ਕਿਸੇ ਨੂੰ ਰਜ਼ਾਇਆ ਆਪਾਂ, ਜੇ ਅੱਜ ਦੁਖੀ ਹਾਂ ਤੇ ਕਿਸੇ ਨੂੰ ਦਿਖਾਇਆ, ਜੇ ਅੱਜ ਰੋਂਦੇ ਹਾਂ ਤੇ ਕਿਸੇ ਨੂੰ ਰਵਾਇਆ ਹੋਊਗਾ। ਔਰ ਇਸ ਤਰ੍ਹਾਂ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਜੀਜਾ ਦੌਲਤ ਰਾਮ ਨੂੰ ਲੈ ਕੇ ਤੇ ਮੋਦੀ ਖਾਂ ਵਾਲੀ ਥਾਂ ਤੇ ਪਹੁੰਚ ਗਏ। ਔਰ ਕਹਿੰਦੇ ਦੌਲਤ ਖਾਂ ਜਿਹੜੇ ਮੁਨਸ਼ੀ ਸੀ ਉੱਥੇ, ਉਹਨਾਂ ਨੂੰ ਨਾਲ ਬਿਠਾ ਕੇ ਤੇ ਹੱਟ ਦੇ ਉੱਤੇ ਬੈਠ ਗਏ ਹਨ।
ਉਹਦਾ ਵੀ ਲਿਖੀ ਜਾਂਦੇ ਆ, ਰੇਟ ਵੀ ਲਿਖੀ ਜਾਂਦੇ। ਹੁਣ ਹਿਸਾਬ ਕਿਤਾਬ ਹੋਣ ਲੱਗਾ ਜੇ ਮੇਰੇ ਨਾਨਕ ਦਾ। ਕਿਤੇ ਕੋਠੜੀ ਸਾਹਿਬ ਜਾਇਓ ਸੁਲਤਾਨਪੁਰ, ਉੱਦਾਂ ਤਾਂ ਆਪਾਂ ਬਾਜ਼ਾਰਾਂ 'ਚ ਹੀ ਚੰਡੀਗੜ੍ਹ ਤੱਕ ਘੁੰਮ ਆਏ। ਉਹ ਕੋਠੜੀ ਸਾਹਿਬ ਛੋਟਾ ਜਿਹਾ ਸਥਾਨ ਹੈ ਬਾਜ਼ਾਰ 'ਚ, ਉੱਥੇ ਬਹਿ ਕੇ ਆ ਕਥਾ ਅੱਜ ਸੁਣ ਲਈ ਤੁਸੀਂ, ਤੇ ਉੱਥੇ ਹੁਣ ਜਾ ਕੇ ਕਿਤੇ ਬਹਿ ਕੇ ਵੇਖਿਓ। ਬਾਬਾ ਜੀ ਨਾਨਕ ਜੀ ਨੂੰ ਕਹਿਣ ਲੱਗੇ, ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੇਖਾ ਸ਼ੁਰੂ ਹੋ ਗਿਆ। 3 ਮਹੀਨੇ ਅਰਧ ਪੁਨ ਲੇਖ ਲੇਖਾ ਕੀਨ। ਲਓ ਜੀ, ਮੈਂ ਵੀ ਅਜੇ ਤੱਕ ਗਲਤੀ ਸੁਣਾਉਂਦਾ ਰਿਹਾ। ਆਪਾਂ ਜਦੋਂ ਵੀ ਕਹਿੰਦੇ ਆ ਵੀ 3-4 ਦਿਨ ਹਿਸਾਬ ਕਿਤਾਬ ਹੋਇਆ, ਪਰ ਨਹੀਂ, ਇੱਥੇ ਕਵੀ ਜੀ ਕਹਿੰਦੇ ਹਨ ਕਿ 3 ਮਹੀਨੇ ਲੱਗੇ। ਹੁਣ ਇਹ ਹਿਸਾਬ ਲਾਓ ਵੀ ਮੋਦੀ ਖਾਨਾ ਕਿੱਡਾ ਤਕੜਾ ਹੋਊਗਾ, ਕਿੰਨਾ ਕੁ ਉਹਦੇ ਵਿੱਚ ਰਸਮ ਪਤਾ ਹੋਊਗਾ, ਜਿਹਦਾ ਹਿਸਾਬ ਕਿਤਾਬ ਲਈ 3 ਮਹੀਨੇ। 3 ਮਹੀਨੇ ਅਰਧ ਪੁਨ ਲੇਖਕ ਲੇਖਾ ਦੀਨ। ਕਹਿੰਦੇ 3.5 ਮਹੀਨੇ ਮੁਨਸ਼ੀਆਂ ਨੇ ਹਿਸਾਬ ਕਿਤਾਬ ਕਰਨ ਤੇ ਲਾ ਦਿੱਤੇ। ਪੂਰੀ ਬਰੀਕੀ ਦੇ ਨਾਲ ਛਾਣਾ ਲਾਇਆ, ਪੂਰੀ ਬਰੀਕੀ ਦੇ ਨਾਲ, ਕਿਉਂਕਿ ਜਦੋਂ ਕਿਸੇ ਨਾਲ ਲੱਗਦੀ ਹੋਵੇ ਨਾ, ਉਦੋਂ ਲੱਕ ਨਾਲ ਲਕੀਰਾਂ ਅਗਲੇ ਮਿਣ ਘਟਾਉਂਦੇ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੈਸੇ ਕਿਸੇ ਦਾ ਬੁਰਾ ਤਾਂ ਨਹੀਂ ਸੀ ਕਰਦੇ, ਦਿੰਦੇ ਤੇ ਗਰੀਬ ਗੁਰਬਿਆਂ ਨੂੰ ਸਾਰਿਆਂ ਨੂੰ ਸੀ ਨਾ, ਪਰ ਸਮਾਂ ਮਾੜਾ। ਜਿੱਦਾਂ ਪਿਛਲੇ ਸਮੇਂ 'ਚ ਕੋਈ ਬੰਦਾ ਦੱਸੇ, ਉਹ ਆਪਾਂ ਜ਼ਿਕਰ ਕੀ ਕਰਨਾ, ਕਹਿੰਦੇ ਵੀ ਸਾਡੇ ਸ਼ਹਿਰ 'ਚ ਨਾ ਕਿਸੇ ਇਮਾਨਦਾਰ ਆਫਿਸਰ ਦੀ ਡਿਊਟੀ ਲੱਗ ਗਈ ਥਾਣੇ 'ਚ, ਬਹੁਤ ਨਾਂ ਉਹਦਾ ਦੁਨੀਆ ਦੇ ਉੱਤੇ, ਔਰ ਇੱਦਾਂ ਦਾ ਬੰਦਾ ਸੀ ਉਹ ਕਿ ਆਪਦੇ ਕੋਲੋਂ ਜੇਬ 'ਚੋਂ ਦੇ ਕੇ ਆਉਂਦਾ ਹੁੰਦਾ ਸੀ। ਕਹਿੰਦੇ 2 ਮਹੀਨੇ ਨਹੀਂ ਉਹਨੂੰ ਟਿਕਣ ਤਾਂ ਉਹਦੀ ਬਦਲੀ ਕਰਾਤੀ। ਆਖੋ ਸਤ। ਉਹ ਕਹਿੰਦਾ ਵੀ ਮੈਂ ਥੋੜਾ ਚਿਰ ਹੀ ਕੱਢਦਾ, ਜਿੱਥੇ ਵੀ ਜਾਵਾਂ ਮਹੀਨਾ ਡੇਢ। ਉਹ ਕਹਿੰਦੇ ਗੱਲ ਕੀ ਹੈ? ਕਹਿੰਦੇ ਭਰਾਵਾ ਦੁਨੀਆ ਸਾਰੀ ਆਪਣੇ ਆਪ ਹੀ ਕਾਨੂੰਨ ਭੰਗ ਕੀਤੇ। ਕਾਨੂੰਨ ਇਹ ਭੰਗ ਕੀਤੇ ਵੀ ਜਦੋਂ ਪਹਿਲਾਂ ਹੀ ਆਪਾਂ ਜਾ ਕੇ ਰੱਖ ਦਿੰਦੇ ਪੈਸੇ। ਹੁਣ ਇੱਕ ਚੀਜ਼ ਵੇਖੋ, ਹੁਣ ਆਪਾਂ ਬਾਹਰ ਦੀ ਗੱਲ ਕਰਦੇ, ਕਾਨੂੰਨ ਹੈ, ਹੁਣ ਆਪਾਂ ਕੀ ਕਰਦੇ ਹਾਂ, ਉਹ ਨਾਕੇ ਤੇ ਰੋਕਦੇ ਨਾ ਆਪਾਂ ਨੂੰ, ਤਾਂ ਆਪਾਂ ਕੁਛ ਨਹੀਂ ਪੁੱਛਦੇ ਵੀ ਉਹ ਅਜੇ ਗੱਲ ਵੀ ਨਹੀਂ ਕੀਤੀ ਹੁੰਦੀ। ਆਪਾਂ ਪਹਿਲੇ ਬਟੂਏ 'ਚ 500 ਰੁਪਇਆ ਕੱਢਿਆ ਹੁੰਦਾ। ਉਹ ਜਦੋਂ ਗੱਡੀ ਕਰਕੇ ਕਹਿੰਦੇ ਕਾਗਜ਼, ਆਪਾਂ ਸੀਸਾ ਖੋਲ ਕੇ ਬੋਲਣ ਵੀ ਨਹੀਂ ਦਿੰਦੇ। ਆਦਤਾਂ ਆਪ ਮਾੜੀਆਂ ਪਾਈਆਂ। ਕਚਹਿਰੀ ਜਾਂਦੇ ਤੇ ਪਹਿਲਾਂ ਕਹੀਦਾ ਭਾਜੀ ਛੇਤੀ ਕੰਮ ਕਰਾ ਦਿਓ, ਚਾਹ ਪਾਣੀ ਲੈ ਲਓ, ਤੇ ਫਿਰ ਅਗਲੇ ਨੂੰ ਕੀ ਲੋੜ ਆ ਬੋਲਣ ਦੀ। ਉਹ ਕਹਿੰਦੇ ਵੀ 2 ਮਹੀਨੇ ਨਹੀਂ ਕੱਢੇ, ਆਫਿਸਰ ਬਦਲ ਗਿਆ। ਕਾਰਨ ਕੀ? ਕਹਿੰਦੇ ਵੀ ਇਹ ਰਿਸ਼ਵਤ ਨਾ ਲੈਂਦਾ ਤੇ ਨਾ ਕਿਸੇ ਨੂੰ, ਨਾ ਇਹ ਖਾਂਦਾ ਤੇ ਨਾ ਖਾਣ ਦਿੰਦਾ। ਇਸ ਕਰਕੇ ਸਾਰੇ ਬੰਦਿਆਂ ਇਲਾਕੇ ਦਿਆਂ ਨੇ ਬਦਲਾਤਾ। ਉਹ ਕਹਿੰਦੇ ਅਸੀਂ ਕੰਮ ਕਰਾਉਣੇ ਹੁੰਦੇ, ਸਾਨੂੰ ਉਹ ਚਾਹੀਦਾ ਜਿਹਨੂੰ ਦਈਏ ਤੇ ਕੰਮ ਹੋ ਜਾਏ। ਹੁਣ ਗੁਰੂ ਨਾਨਕ ਨੇ ਵੀ ਕੋਈ ਗੁਨਾਹ ਨਹੀਂ ਕੀਤਾ, ਕੀਤਾ ਤਾਂ ਭਲਾ ਹੀ ਸੀ। ਪਰ ਇੱਕ ਪੰਜਾਬੀ ਦੀ ਕਹਾਵਤ ਆ ਵੀ ਨੇਕੀ ਕਰਕੇ ਮਾਰਾਂ ਖਾ, ਮੈਂ ਵੀ ਖਾਧੀਆਂ ਤੂੰ ਵੀ ਖਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਨੇਕੀ ਕੀਤੀ ਸੀ, ਸਾਰਾ ਸਰਬੰਸ ਹੀ ਆਪਣਾ ਉਜਾੜਤਾ, ਕੁਰਬਾਨ ਕਰ ਦਿੱਤਾ। 1:35 ਰਜਤ ਬਨ ਵਾਵੇ ਦਾਨੀ ਦੀਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ 3.5 ਮਹੀਨੇ ਲੇਖਾ ਹੋਇਆ ਤੇ 135 ਰੁਪਈਏ ਗੁਰੂ ਨਾਨਕ ਦੇ ਵੱਧ ਨਿਕਲੇ ਜੀ। ਸਤਿ ਸ਼੍ਰੀ ਅਕਾਲ। ਧੰਨ ਮੇਰੇ ਗੁਰੂ ਨਾਨਕ ਦੀ ਜੈ ਜੈਕਾਰ ਹੋ ਗਈ ਜੀ। ਹਾਂਜੀ। ਕੀਏ ਕਮਲ ਨੈਣ ਜਬ ਲੇਖਾ, ਤਬ ਨਿਕਸਿਓ ਇਤਨਾ ਸੇਖਾ। ਔਰ ਕਹਿੰਦੇ ਜਦੋਂ ਗੁਰੂ ਨਾਨਕ ਦੇ 335 ਰੁਪਈਏ, ਕਿਤੇ 21 ਵੀ ਲਿਖੇ ਹੈ, ਕਹਿੰਦੇ ਜਦੋਂ ਵੱਧ ਨਿਕਲੇ ਨਾ ਤੇ ਭਾਈਆ ਜੈ ਰਾਮ ਜੀ ਦਾ ਹਿਰਦਾ ਠਰ ਗਿਆ, ਆਨੰਦ ਆ ਗਿਆ। ਕਿਉਂਕਿ ਸਾਧ ਸੰਗਤ ਫਿਰ ਵੀ ਰਿਸ਼ਤੇਦਾਰ ਸੀ ਨਾ, ਨਾਲੇ ਉਹਨਾਂ ਨੇ ਨੌਕਰੀ ਤੇ ਲਵਾਇਆ ਸੀ। ਹੁਣ ਸਾਨੂੰ ਜਿੰਨਾ ਲਵਾਇਆ ਤੇ ਜਿੱਦਣ ਛੱਡ ਕੇ ਗਏ ਸੀ ਤੇ ਇੱਕੋ ਗੱਲ ਕਹੀ ਸੀ, ਪੁੱਤ ਇਮਾਨਦਾਰੀ ਨਾਲ ਸੇਵਾ ਨਿਭਾਇਓ। ਕਿਉਂ? ਕਿਉਂਕਿ ਸਾਨੂੰ ਕੋਈ ਨਹੀਂ ਜਾਣਦਾ, ਜਿੰਨਾ ਸਾਨੂੰ ਲਵਾਇਆ ਉਹਨਾਂ ਨੂੰ ਬਹੁਤ ਜਾਣਦੇ। ਹੁਣ ਤੁਸੀਂ ਸਾਡੇ ਨਾਲ ਜੁੜੇ ਆ, ਕਿੰਨਾ ਪਿਆਰ ਕਰਦੀਆਂ ਮਾਵਾਂ ਭੈਣਾਂ ਤੁਸੀਂ ਕਰਦੇ ਨਾ, ਸਾਡੇ ਨਾਲੋਂ ਜ਼ਿਆਦਾ ਖਤਰਾ ਤੁਹਾਨੂੰ ਹੈ। ਤਾਂ ਕਰਕੇ ਮੇਰੀਆਂ ਮਾਤਾਵਾਂ ਭੈਣਾਂ ਮੈਨੂੰ ਆਪ ਕਹਿ ਦਿੰਦੇ ਆ ਕਿ ਵੀਰ ਜੀ ਧਿਆਨ ਦੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਆ, ਤੁਹਾਡੀ ਤਾਂ ਹੋਣੀ ਹੈ, ਸਾਡੇ ਪੱਲੇ ਕੁਝ ਨਹੀਂ ਰਹਿ ਜਾਣਾ। ਅਗਲੇ ਕਹਿਣਾ ਜਾਓ ਦਿਓ ਪਿਆਰ,
बड़ा मिलते सी ना बाबे नूं अगे कहना वा ना। इस करके कोई भी किसी नाल जुड़िया ना वो दुआ मंगदा अपने दी भी जो अपने दी कोई इंसल्ट हुंदी तो जिस दूजियां दी भी नाल है। जे अज किते जाईदा ना तो कहते जी बौली साहब सुनिया सी संगतां तो भैणां साडे रिश्तेदार आ उत्थे पर अज तुहानूं मिल लिया। इस करके इहदे घर दी शोभा वधनी है। भाईया जय राम जी हत्थी लियाए नानक नूं हत्थी लवाया। ਜਦੋਂ ਸਾਧ ਸੰਗਤ ਮੇਰੇ ਨਾਨਕ ਦਾ ਵਾਦਾ ਨਿਕਲਿਆ ਤੇ ਇੰਨਾ ਆਨੰਦ ਆਇਆ ਚਿਹਰੇ ਤੇ ਰੌਣਕ ਆ ਗਈ ਤੇ ਧੰਨ ਗੁਰੂ ਨਾਨਕ ਕਰਦੇ ਰਹੇ। ਅੱਜ ਆਪਣਾ ਵੀ ਜੀ ਕਰਦਾ ਆਪਾਂ ਵੀ ਕਰੀਏ 3-4 ਮਿੰਟ ਹੈ ਨਾ। ਅਗਲਾ ਪ੍ਰਸੰਗ ਕੱਲ ਨੂੰ ਤੋਰਾਂਗੇ। ਸਾਰੇ ਕਿਰਪਾ ਕਰਿਓ ਜੀ। ਧੰਨ ਗੁਰੂ ਨਾਨਕ 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 ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਧੰਨ 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 ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਿਸ ਕੇ ਸਿਰ ਉਪਰ ਤੂੰ ਸੁਆਮੀ 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 ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਧੰਨ ਗੁਰੂ ਨਾਨਕ 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 ਦੇਖ ਮਰਦਾਨਿਆਂ ਰੰਗ ਕਰਤਾਰ ਦੇ 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 ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ 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 ਦੇਖ ਮਰਦਾਨਿਆਂ ਰੰਗ ਕਰਤਾਰ ਦੇ 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 ਆਪ
ਨਾਨਕ ਨੂੰ ਮਾਰ ਦੇ, ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰ ਦੇ। ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ, ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ। ਸਾਧ ਸੰਗਤ ਜੀ, ਬੜਾ ਜ਼ੋਰ ਲਾਇਆ ਨਿੰਦਕਾਂ, ਮੇਰਾ ਨਾਨਕ ਜਿੱਤ ਗਿਆ। ਸੰਗਤੇ ਜਿਹੜਾ ਅੱਜ ਵੀ ਨਾਨਕ ਨੂੰ ਪਿਆਰ ਕਰਦਾ ਉਹਨੂੰ ਨਹੀਂ ਹਰਨ ਦਿੰਦਾ, ਆਪ ਕਿੱਥੋਂ ਹਰ ਜੂ। ਮੇਰੀਆਂ ਭੈਣਾਂ ਬੈਠੀਆਂ, ਵੀਰ ਕਿੰਨਾ ਵਕਤ ਪਿਆ ਆਪਣੇ ਕੋਲ, ਤੁਹਾਨੂੰ ਵੀ ਪਤਾ, ਤੁਸੀਂ ਬੱਚੇ ਕਿੱਦਾਂ ਪਾਲੇ, ਸੰਘਰਸ਼ ਲੜਿਆ ਤੇ ਮਹਾਰਾਜ ਨਾਲ ਜੁੜੇ ਰਹੇ ਤੇ ਅੱਜ ਸੁਣ ਹੀ ਲਈ, ਕਿਤੇ ਨਾ ਕਿਤੇ ਡਿੱਗਣ ਤੇ ਨਹੀਂ ਦਿੰਦਾ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜੁੜੇ ਰਹੋ, ਮੁੱਲ ਪੈਂਦਾ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਨੂੰ ਜਿਨ੍ਹਾਂ ਨੇ ਹਰਾਉਣਾ ਚਾਹਿਆ ਸੀ, ਸਭ ਦੇ ਮੂੰਹ ਕਾਲੇ ਹੋ ਗਏ। ਗੁਰਬਾਣੀ ਕਹਿੰਦੀ ਨਿੰਦਕ ਕਾ ਮੂੰਹ ਕਾਲਾ ਹੋਆ ਦੀਨ ਦੁਨੀਆ, ਚੁਗਲ ਨਿੰਦਕ ਭੁੱਖੇ ਰਲ ਮੂਏ। ਜਿਨ੍ਹਾਂ ਚੁਗਲੀਆਂ ਕੀਤੀਆਂ ਸੀ ਮੂੰਹ ਤੇ ਕਾਲੋਂ ਫਿਰ ਗਈ। ਵੀ ਹੈਰਾਨੀ ਹੈ ਵੀ ਜਿਹੜਾ ਆਉਂਦਾ ਝੋਲੇ ਭਰ ਕੇ ਦੇਈ ਜਾਂਦਾ ਤੇ ਪੈਸੇ ਫੇਰ ਵੱਧ ਗਏ, ਇਹ ਕਿੱਦਾਂ ਹੋ ਸਕਦਾ ਹੈ। ਤੇ ਅਗਲਿਆਂ ਨੇ ਲਾਏ ਵੀ 3.5 ਮਹੀਨੇ ਹੈ, ਪੂਰੀ ਬਰੀਕੀ ਲਾਈ ਸੀ ਵੀ ਬਾਬਾ ਬਚ ਕੇ ਨਾ ਨਿਕਲੇ, ਪਰ ਇਹ ਭੁੱਲ ਗਏ ਵੀ ਇਹ ਕੋਈ ਆਮ ਨਹੀਂ, ਇਹ ਰੱਬ ਹੈ। ਰੱਬ ਨੂੰ ਹਰਾਉਣਾ ਬੜਾ ਔਖਾ, ਉਹ ਰੱਬ ਜੀ ਦੇ ਨਾਲ ਹੋ ਜੇ ਉਹ ਨਹੀਂ ਹਰਦਾ। ਤੇ ਰੱਬ ਨੇ ਵੇਖੋ ਤਾਕਤ ਕਿੰਨੀ ਦਿੱਤੀ, ਵੀ ਹਾਥੀ ਸਭ ਤੋਂ ਤਕੜਾ ਜਾਨਵਰ ਹੈ, ਰੁੱਖ ਪੁੱਟ ਦਿੰਦਾ, ਸ਼ੇਰ ਨੂੰ ਵੀ ਪੁੱਛੋਂ ਫੜਫੜ ਚੁੱਕ ਮਾਰਦਾ, ਪਰ ਉਹਦੀ ਮੌਤ ਕਿਹਦੇ ਹੱਥ ਲਿਖਤੀ? ਕੀੜੀ ਦੇ, ਜਿਹੜੀ ਤੁਰੀ ਜਾਂਦੀ ਵੀ ਨਹੀਂ ਦੀਦੀ। ਇਸ ਕਰਕੇ ਰੱਬ ਦੇ ਨਾਲ ਮੱਥਾ ਲਾਉਣਾ ਮੂਰਖਾਂ ਦਾ ਕੰਮ ਹੈ। ਮਹਾਰਾਜ ਸਾਹਿਬ ਦੀਆਂ ਖੇਡਾਂ ਆਪ ਜਾਣਦੇ ਭਾਈ। ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਦੀ ਆਤਮ ਕਥਾ ਬੜੀ ਰਸ ਵਾਲੀ ਹੈ, ਬੜਾ ਆਨੰਦ ਵਰਤ ਰਿਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ